ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਆਪ ਸਭਨਾਂ ਦਾ ਅਕਾਲੀ ਟੀਵੀ ਉੱਪਰ। ਪ੍ਰੋਗਰਾਮ ਸਾਂਝ ਗੁਰਬਾਣੀ ਦੀ ਲੈ ਕੇ ਹਰ ਐਤਵਾਰ ਦੀ ਤਰ੍ਹਾਂ ਹਾਜ਼ਰ ਹਾਂ। ਜਿਵੇਂ ਕਿ ਬਹੁਤ ਸਾਰੇ ਸਰੋਤੇ ਤੁਸੀਂ ਜਾਣੂ ਹੋ ਵੀ ਅਸੀਂ ਸ਼ਨੀਵਾਰ ਸਾਂਝ ਇਤਿਹਾਸ ਦੀ ਔਰ ਐਤਵਾਰ ਸਾਂਝ ਗੁਰਬਾਣੀ ਦੀ ਪ੍ਰੋਗਰਾਮ ਨਾਲ ਸਾਂਝ ਬਣਾਉਂਦੇ ਹਾਂ ਔਰ ਸਾਡਾ ਮਕਸਦ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਜਿਹੜਾ ਫਲਸਫਾ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਧਾਂਤ ਦੀ ਗੱਲ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾ ਦੀ ਗੱਲ ਹੈ, ਦੁਨੀਆ ਭਰ ਵਿੱਚ ਵਸਦੇ ਨਾਨਕ ਨਾਮ ਲੇਵਾ ਸਿੱਖ ਇਸ ਬੰਨੇ ਥੋੜ੍ਹਾ ਬਹੁਤਾ ਧਿਆਨ ਜਿਹੜਾ ਆ ਉਹ ਦੇਣ ਦਾ ਯਤਨ ਕਰਨ। ਕਿਉਂਕਿ ਜਦੋਂ ਤੋਂ ਹੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਵਿਚਾਰਧਾਰਾ ਹੋਂਦ ਵਿੱਚ ਆਈ ਹੈ, ਉਸ ਵੇਲੇ ਤੋਂ ਹੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿਰੋਧ ਵਿੱਚ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਜਿਹੜੀਆਂ ਪਲੈਨਿੰਗਾਂ ਹਨ, ਜਿਹੜੀਆਂ ਗਤੀਵਿਧੀਆਂ ਹਨ, ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਵਿਚਾਰਧਾਰਾ ਪ੍ਰਸਾਰਣ ਪ੍ਰਚਾਰਨ ਵਾਲਿਆਂ ਦੇ ਨਾਲੋਂ ਕਈ ਗੁਣਾ ਵੱਧ ਤੇਜ਼ ਹਨ। ਉਹਦਾ ਕਾਰਨ ਹੈ ਬਹੁਤ ਵੱਡਾ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਦੁਨੀਆ ਦੇ ਇੱਕ ਐਸੇ ਗ੍ਰੰਥ ਹਨ ਜਿਹਦੇ ਵਿੱਚ ਕੋਈ ਵੀ ਬੰਦਾ ਕਿਸੇ ਵੇਲੇ ਕਮੀ ਨਹੀਂ ਕੱਢ ਸਕਦਾ। ਉਹ ਇਸ ਕਰਕੇ ਨਹੀਂ ਵੀ ਐਜ ਏ ਮੈਂ ਸਿੱਖ ਪ੍ਰਚਾਰਕ ਇਹ ਗੱਲ ਜਿਹੜੀ ਆ ਉਹ ਕਹਿ ਰਿਹਾ, ਇਸ ਕਰਕੇ ਨਹੀਂ ਵੀ ਮੈਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਤ ਦੀ ਸਮਝ ਨਹੀਂ ਲੱਗੀ, ਜਾਂ ਮੈਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਾਰੇ ਜਾਣਦਾ ਨਹੀਂ, ਸਮਝਦਾ ਨਹੀਂ, ਜਾਂ ਇਸ ਤਰ੍ਹਾਂ ਦੀ ਗੱਲ ਮੇਰੇ ਜ਼ਿਹਨ ਵਿੱਚ ਨਹੀਂ ਆਉਂਦੀ, ਜਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਨਹੀਂ ਸਮਝ ਪਾ ਰਿਹਾ। ਸੋ ਆਓ ਆਪਾਂ ਇੱਕ ਵਾਰ ਸਾਰੇ ਪਹਿਲਾਂ ਜਿਹੜਾ ਅੱਜ ਦਾ ਵਿਸ਼ਾ ਹੈ, ਜੋ ਕਿ ਪਹਿਲਾਂ ਵੀ ਸਾਂਝਾ ਕੀਤਾ ਸੀਗਾ, ਉਹ ਹੈਗਾ ਮਲ੍ਹਾਰ ਕੀ ਵਾਰ ਪਹਿਲੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ। ਉਸ ਵਿੱਚੋਂ ਇੱਕ ਪੌੜੀ ਅਸੀਂ ਸਮੇਤ ਸ਼ਲੋਕਾਂ ਦੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਵਿਚਾਰਾਂਗੇ। ਇੱਕ ਵਾਰ ਆਪਾਂ ਉਸ ਦਾ ਪਾਠ ਕਰ ਲੈਂਦੇ ਹਾਂ ਅਤੇ ਉਪਰੰਤ ਆਪਾਂ ਉਸ ਦੀ ਵਿਚਾਰ ਨਾਲ ਜਿਹੜੀ ਹੈ ਸਾਂਝ ਬਣਾਵਾਂਗੇ। ਸ਼ਲੋਕ ਮਹੱਲਾ ਪਹਿਲਾ। ਨਾਨਕ ਸਾਵਣ ਜੇ ਵਸੈ ਚੌ ਉਮਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ। ਮਹੱਲਾ ਪਹਿਲਾ। ਨਾਨਕ ਸਾਵਣ ਜੇ ਵਸੈ ਚੌ ਵਿਛੋੜਾ ਹੋਏ, ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ। ਪੌੜੀ। ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ, ਬੈਠਾ ਤਾੜੀ ਲਾਏ ਕਵਲ ਛਪਾਇਆ। ਬ੍ਰਹਮੈ ਵੱਡਾ ਕਹਾਏ ਅੰਤ ਨਾ ਪਾਇਆ, ਨਾ ਤਿਸ ਬਾਪ ਨ ਮਾਏ, ਨਾ ਤਿਸ ਬਾਪ ਨ ਮਾਏ। ਆਹ ਗੱਲ ਧਿਆਨ ਨਾਲ ਸਮਝੋ। ਉਹ ਜਨਮ ਵਿੱਚ ਨਹੀਂ। ਨਾ ਤਿਸ ਬਾਪ ਨ ਮਾਏ, ਕਿਨ ਤੂੰ ਜਾਇਆ, ਨਾ ਤਿਸ ਰੂਪ ਨ ਰੇਖ ਵਰਨ ਸਬਾਇਆ, ਨਾ ਤਿਸ ਭੁੱਖ ਪਿਆਸ ਰੱਜਾ ਧਾਇਆ। ਗੁਰ
ਗੁਰ ਮਹਿ ਆਪ ਸਮੋਏ ਸ਼ਬਦ ਵਰਤਾਇਆ। ਸਚੇ ਹੀ ਪਤਿਆਏ ਸੱਚ ਸਮਾਇਆ। ਸਚੇ ਹੀ ਪਤਿਆਏ ਸੱਚ ਸਮਾਇਆ। ਇਹ ਜੋ ਪਾਵਨ ਅਸੀਂ ਪੌੜੀ ਹੈ ਜੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਸਮਝਣਾ ਹੈ ਤਾਂ ਕੁਝ ਬੇਸਿਕ ਗੱਲਾਂ ਨੇ ਜਿਹੜੀਆਂ ਹਮੇਸ਼ਾ ਸਾਰੇ ਵੀਰ ਭੈਣਾਂ ਧਿਆਨ ਵਿੱਚ ਰੱਖੋ, ਤਾਂ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਉਹ ਸਮਝ ਲੱਗ ਸਕੇ। ਤੋ ਜਦੋਂ ਤੁਸੀਂ ਵਾਰਾਂ ਨੂੰ ਪੜ੍ਹਦੇ ਹੋ ਤਾਂ ਸਹਿਜੇ ਇਸ ਗੱਲ ਦਾ ਇੱਕ ਅੰਦਾਜ਼ਾ ਰੱਖੋ, ਇਸ ਗੱਲ ਦੀ ਇੱਕ ਸਮਝ ਰੱਖੋ ਵੀ ਵਾਰਾਂ ਵਿਚਲੀ ਪੌੜੀ ਬੇਸਿਕ ਸਿਧਾਂਤ ਪੇਸ਼ ਕਰਦੀ ਹੈ ਤੇ ਸ਼ਲੋਕ ਉਸ ਦੀ ਜਿਹੜੀ ਹੈ ਉਹ ਵਿਆਖਿਆ ਕਰਦੇ ਹਨ। ਜਦੋਂ ਤੁਸੀਂ ਪੌੜੀ ਨੂੰ ਧਿਆਨ ਨਾਲ ਪੜ੍ਹੋਗੇ ਤੇ ਤੁਹਾਨੂੰ ਸ਼ਲੋਕਾਂ ਦੀ ਵਿਆਖਿਆ ਜਿਹੜੀ ਆ ਉਹ ਸਮਝ ਲੱਗ ਜਾਏਗੀ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਾਰਾਂ ਨੂੰ ਸਮਝਣ ਦਾ ਤਰੀਕਾ ਜਿਹੜਾ ਆ ਉਹ ਇਹ ਹੈ। ਅਸੀਂ ਇਸ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਵਾਰਾਂ ਨੂੰ ਜਿਹੜਾ ਆ ਉਹ ਸਮਝਦੇ ਆ। 22 ਵਾਰਾਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਔਰ 22 ਵਾਰਾਂ ਦੀਆਂ ਪੌੜੀਆਂ ਜਿਹੜੀਆਂ ਆ ਉਹ ਤੁਹਾਡੇ ਧਿਆਨ ਵਿੱਚ ਰਹਿਣ ਤੇ ਅਸੀਂ ਬਹੁਤ ਛੇਤੀ ਇਸ ਗੱਲ ਨੂੰ ਸਮਝ ਸਕਦੇ ਹਾਂ ਔਰ ਅਸੀਂ ਉਸ ਅਸਲੀ ਰਿਜ਼ਲਟ ਤੇ ਪਹੁੰਚਣ ਦਾ ਯਤਨ ਕਰ ਸਕਦੇ ਹਾਂ। ਸੋ ਦੂਜਾ ਪੱਖ ਜਿਹੜਾ ਆ ਉਹ ਬੜੀ ਵਾਰ ਤੁਹਾਡੇ ਨਾਲ ਸਾਂਝਾ ਕਰੀਦਾ, ਔਰ ਸਾਰੇ ਹੀ ਧਿਆਨ 'ਚ ਰੱਖੋ ਵੀ ਬਾਣੀ ਦਾ ਉਚਾਰਨ, ਬਾਣੀ ਦਾ ਰਹਾਓ, ਬਾਣੀ ਦੀ ਵਿਆਕਰਣ ਔਰ ਬਾਣੀ ਦੇ ਵਿਚਲੇ ਵਿਸ਼ਰਾਮ। ਰਹਾਓ ਦੀ ਜਗ੍ਹਾ ਵਾਰਾਂ ਵਿੱਚ ਪੌੜੀ ਆ ਜਾਏਗੀ। ਜਿਵੇਂ ਰਹਾਓ ਨੂੰ ਸਮਝਦੇ ਹਾਂ ਇੱਦਾਂ ਅਸੀਂ ਪੌੜੀ ਨੂੰ ਸਮਝਣਾ ਹੈ। ਹੁਣ ਜਿੰਨੇ ਹੀ ਸਾਡੇ ਸਿੱਖ ਸਮਾਜ ਦੇ ਝਗੜੇ ਝਮੇਲੇ ਨੇ ਉਹ ਬਾਣੀ ਦੀ ਵਿਚਾਰਧਾਰਾ ਨੂੰ ਵੀ ਲੈ ਕੇ ਝਗੜੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਤੇ ਵੀ ਬਹੁਤ ਸਾਰੀਆਂ ਵਿਆਖਿਆ ਪ੍ਰਣਾਲੀਆਂ ਨੇ ਉਹਦੀਆਂ, ਔਰ ਹਰ ਬੰਦਾ ਆਪਣੀ ਕੀਤੀ ਵਿਆਖਿਆ ਨੂੰ ਜਾਇਜ਼ ਠਹਿਰਾਉਣ ਦਾ ਯਤਨ ਕਰਦਾ ਹੈ ਵੀ ਜਿਹੜੀ ਮੈਂ ਵਿਆਖਿਆ ਕਰ ਰਿਹਾ ਹਾਂ ਇਹ ਅੰਤਲਾ ਸੱਚ ਹੈ। ਮਤਲਬ ਇਹ ਹਰ ਬੰਦੇ ਦੇ ਅੰਦਰ ਭਰਮ ਹੈ। ਸ਼ਾਇਦ ਸਾਡੇ ਵਿੱਚ ਵੀ ਇੱਦਾਂ ਦਾ ਭਰਮ ਰਹਿੰਦਾ ਆ ਵੀ ਅਸੀਂ ਜਿਹੜੀ ਵਿਆਖਿਆ ਕਰ ਰਹੇ ਹਾਂ ਇਹੀ ਅਖੀਰਲਾ ਸੱਚ ਹੈ। ਇੱਦਾਂ ਨਹੀਂ ਹੈ। ਬਾਣੀ ਦੀ ਬਹੁਤ ਵਿਸ਼ਾਲਤਾ ਆ, ਬਹੁਤ ਵੱਡਾ ਦਾਇਰਾ ਆ ਬਾਣੀ ਦਾ। ਬਾਣੀ ਬਹੁਤ ਮਤਲਬ ਇੱਦਾਂ ਕਹਿ ਲਓ ਵੀ ਜਦੋਂ ਤੁਸੀਂ ਬਾਣੀ ਨੂੰ ਸਮਝਣਾ ਆ ਤੁਹਾਨੂੰ ਗੁਰੂ ਸਾਹਿਬ ਜੀ ਦੇ ਉਸ ਖਿਆਲਾਂ ਨੂੰ ਸਮਝਣ ਵਾਸਤੇ ਜਾਂ ਉਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਸਮਝਣ ਵਾਸਤੇ ਤੁਹਾਨੂੰ ਗੁਰੂ ਸਾਹਿਬ ਜੀ ਦੇ ਉਸ ਸਾਰੇ ਸੰਦਰਭ ਨੂੰ ਵੇਖਣਾ ਪਊਗਾ। ਜਿਵੇਂ ਮੰਨ ਲਓ ਵੀ ਤੁਸੀਂ ਸੰਸਾਰਿਕ ਕਿਸੇ ਬੰਦੇ ਨਾਲ ਗੱਲ ਕਰੋ ਵੀ ਦੁੱਖ ਤੇ ਸੁੱਖ ਹੋ, ਤੇ ਉਹਦਾ ਮੰਨਣਾ ਇਹ ਹੁੰਦਾ ਵੀ ਜੇ ਸਿਰ ਪੀੜ ਹੋਵੇ ਇਹ ਦੁੱਖ ਹੈ, ਤੇ ਜੇ ਸਾਡੇ ਘਰ ਗਰੀਬੀ ਹੈ ਇਹ ਦੁੱਖ ਹੈ, ਮੇਰੇ ਕੋਲ ਚੰਗੀ ਨੌਕਰੀ ਨਹੀਂ ਇਹ ਦੁੱਖ ਹੈ, ਮੇਰੇ ਕੋਲ ਆਮ ਸਮਾਜ ਵਾਂਗ ਫੈਸਿਲਿਟੀਆਂ ਨਹੀਂ, ਸੁਵਿਧਾਵਾਂ ਨਹੀਂ ਤੇ ਇਹ ਦੁੱਖ ਹੈ, ਤੇ ਜੇ ਮੇਰੇ ਕੋਲ ਸਮਾਜ ਦੇ ਵਿੱਚ ਚੰਗਾ ਰੁਤਬਾ ਆ, ਚੰਗੇ ਅਹੁਦੇ ਤੇ ਮੈਂ ਕੰਮ ਕਰਦਾ ਆ, ਚੰਗੀ ਜੌਬ ਹੈ ਮੇਰੇ ਕੋਲ 4 ਛਿਲੜਾ ਹਨ, ਘਰ ਸੋਹਣਾ ਬਣਿਆ ਆ, ਗੱਡੀਆਂ ਆਉਣ ਜਾਣ ਵਾਸਤੇ ਸੋਹਣੀਆਂ ਹਨ, ਤੇ ਇਹ ਸੁੱਖ ਹੈ। ਤੁਸੀਂ ਵੇਖੋ ਆਮ ਬੰਦੇ ਕਈ ਵਾਰ ਇੱਦਾਂ ਦੀ ਐਗਜ਼ਾਮਪਲ ਵੀ ਫਲਾਨਾ ਬੰਦਾ ਕਿਹੜਾ ਇੰਨੇ ਰੱਬ ਨੂੰ ਚੇਤੇ ਕਰਦਾ, ਵੇਖੋ ਕਿੰਨੇ ਸੁੱਖ ਨੇ ਉਹਦੇ ਕੋਲ, ਜਾਂ ਫਲਾਨੇ ਬੰਦੇ ਨੇ ਕਿਹੜਾ ਰੱਬ ਚੇਤੇ ਕੀਤਾ, ਜਾਂ ਜਿਹੜੀ ਬਾਣੀ ਪੜ੍ਹੀ ਹੈ ਵੀ ਉਹਦੇ ਕੋਲ ਕਿੰਨੇ ਸੁੱਖ ਨੇ, ਕਿਉਂਕਿ ਅਸੀਂ ਸਹੂਲਤਾਂ ਨੂੰ ਸੁੱਖ ਕਹਿੰਦੇ ਹਾਂ। ਗੁਰੂ ਸਾਹਿਬ ਜੀ ਦੀ ਬਾਣੀ ਸਹੂਲਤਾਂ ਨੂੰ ਸੁੱਖ ਨਹੀਂ ਕਹਿੰਦੀ। ਹੁਣ ਤੁਸੀਂ ਇਹ ਸਹੂਲਤਾਂ ਵੇਖੋ, ਔਰੰਗਜ਼ੇਬ ਕੋਲ ਸਹੂਲਤਾਂ ਜ਼ਿਆਦਾ ਹੋ ਸਕਦੀਆਂ ਪਰ ਸੁਖੀ ਔਰੰਗਜ਼ੇਬ ਨਹੀਂ ਹੈ, ਸੁਖੀ ਗੁਰੂ ਸਾਹਿਬ ਜੀ ਹਨ। ਮਾਛੀਵਾੜੇ ਦੇ ਜੰਗਲ 'ਚ ਨੇ, ਤਨ ਤੇ ਪਏ ਹੋਏ ਜਿਹੜੇ ਉਸ ਵੇਲੇ ਦੇ ਕੱਪੜੇ ਨੇ ਉਹ ਵੀ ਲੀਰੋ ਲੀਰ ਨੇ, ਪੈਰਾਂ 'ਚ ਜੋੜਾ ਨਹੀਂ ਹੈ। ਆਨੰਦਪੁਰ ਦਾ ਕਿਲ੍ਹਾ ਛੱਡਿਆ ਔਰ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ, ਕਿੰਨਾ ਕੁਝ ਗਵਾਚਦਾ ਗਿਆ, ਜਾਨੋ ਪਿਆਰੇ ਸਿੱਖ ਗਵਾਚਦੇ ਗਏ,
ਕੀਮਤੀ ਸਾਜੋ ਸਮਾਨ ਗਵਾਚਦਾ ਗਿਆ, ਜਿਗਰ ਦੇ ਟੁਕੜੇ ਗਵਾਚਦੇ ਗਏ, ਵੱਡੇ ਸਾਹਿਬਜ਼ਾਦੇ ਕੋਲ ਨਾ ਰਹੇ, ਛੋਟੇ ਸਾਹਿਬਜ਼ਾਦਿਆਂ ਦੀ ਖਬਰ ਕੋਈ ਨਹੀਂ ਅਜੇ ਤੱਕ। ਮਤਲਬ ਇੱਦਾਂ ਕਹਿ ਲਓ, ਜੇ ਹੁਣ ਤੁਸੀਂ ਇਹਨੂੰ ਦੁੱਖ ਸੰਸਾਰਿਕ ਬੰਦਿਆਂ ਦੀ ਨਿਗਾਹ ਨਾਲ ਹਾਏ ਇੰਨੇ ਦੁੱਖ, ਪਰ ਗੁਰੂ ਸਾਹਿਬ ਜੀ ਨੂੰ ਪੁੱਛ ਕੇ ਵੇਖੋ, ਉਹ ਕਹਿੰਦੇ ਬਸ ਇਹ ਸੁੱਖ ਹੈ ਮੈਨੂੰ, ਜਿੰਨਾ ਹੀ ਇਸ ਤਰ੍ਹਾਂ ਦੀ ਜ਼ਿੰਦਗੀ। ਸੋ ਕਿਸੇ ਵੀ ਹੁਣ ਸਮਾਜ ਦਾ ਜਿਹੜਾ ਨਜ਼ਰੀਆ ਆ, ਜਿਹੜਾ ਪੁਆਇੰਟ ਆਫ ਵਿਊ ਹੈ, ਜਿਹੜਾ ਲੋਕਾਂ ਦਾ ਵੇਖਣ ਦਾ ਢੰਗ ਹੈ, ਉਹ ਇਹ ਹੈ ਵੀ ਉਹ ਇਹਨੂੰ ਦੁੱਖ ਦੀ ਨਿਗਾਹ ਨਾਲ ਵੇਖਦੇ ਨੇ। ਉਹਨਾਂ ਦੇ ਹਿਸਾਬ ਨਾਲ ਇਹ ਦੁੱਖ ਹੈ। ਗੁਰੂ ਸਾਹਿਬ ਜੀ ਦੇ ਨਜ਼ਰੀਏ ਨਾਲ ਤੱਤੀ ਤਵੀ ਤੇ ਬਹਿਣਾ, ਦੁਨੀਆ ਨੂੰ ਪੁੱਛ ਕੇ ਵੇਖੋ, ਕਹਿੰਦੇ ਦੁੱਖ ਹੈ। ਕਿੰਨੇ ਦੁੱਖ ਝੱਲੇ, ਕਿੰਨੀਆਂ ਤਸੀਹੇ, ਕਿੰਨੀਆਂ ਮੁਸੀਬਤਾਂ। ਕਿਸੇ ਨੂੰ ਪੁੱਛੋ ਵੀ ਬੱਚਿਆਂ ਦੇ ਟੁਕੜੇ ਕਰਾਉਣੇ ਕਿੱਡਾ ਵੱਡਾ ਦੁੱਖ ਹੈ, ਪਰ ਉਹਨਾਂ ਭੈਣਾਂ ਨੂੰ ਪੁੱਛ ਕੇ ਵੇਖੋ, ਕਹਿੰਦੇ ਇਹ ਬਹੁਤ ਸੁੱਖ ਹੈ। ਹੁਣ ਇਹ ਹੈ ਇੱਕ ਤੁਹਾਡਾ ਵੇਖਣ ਦਾ ਢੰਗ, ਵੀ ਤੁਸੀਂ ਕਿਹੜੀ ਚੀਜ਼ ਨੂੰ ਕਿਸ ਰੂਪ ਵਿੱਚ ਵੇਖਦੇ ਆ, ਤੁਹਾਡਾ ਵੇਖਣ ਦਾ ਪੱਖ ਕੀ ਹੈ। ਹੁਣ ਇਹ ਸੰਸਾਰਿਕ ਬਿਰਤੀ ਤੇ ਨਿਰੰਕਾਰੀ, ਤਾਂ ਹੀ ਬਾਣੀ 'ਚ ਲਿਖਿਆ ਨਾ, ਭਗਤਾਂ ਤੈ ਸੰਸਾਰੀਆਂ। ਭਗਤ ਬੰਦੇ ਦਾ ਤੇ ਸੰਸਾਰੀ ਬੰਦੇ ਦਾ ਜੋੜ ਕਦੇ ਨਹੀਂ ਆਊਗਾ, ਲੋ ਤਾਲਮੇਲ ਨਹੀਂ ਬਣੂਗਾ ਕਦੇ ਵਾਸਤੇ ਵੀ। ਕਿਉਂ ਨਹੀਂ ਤਾਲਮੇਲ ਬਣੂਗਾ? ਕਿਉਂਕਿ ਉਹ ਸੰਸਾਰ ਦੇ ਲੈਵਲ ਨਾਲ ਸੋਚਦਾ ਆ ਤੇ ਉਹ ਨਿਰੰਕਾਰ ਦੇ ਲੈਵਲ ਨਾਲ ਸੋਚਦਾ। 99% ਲੋਕ ਧਰਮ ਦੀ ਦੁਨੀਆ ਵਿੱਚ ਵੀ ਦਾਖਲ ਤਾਂ ਹੋਣਾ ਚਾਹੁੰਦੇ ਆ, ਉਹ ਕਹਿੰਦੇ ਸਾਨੂੰ ਮਿਲੇਗਾ ਕੀ, ਮਤਲਬ ਪਿਛੋਕੜ ਵਿੱਚ ਸੁੱਖ ਸ਼ਰਤ ਹੈ। ਗੁਰੂ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਸਿਧਾਂਤ ਹੈ ਨਾ, ਉਹ ਨਿਆਰਾ ਆ। ਉਹ ਕੀ ਹੈ? ਗੁਰੂ ਸਾਹਿਬ ਜੀ ਜਿਹੜੀ ਬਾਣੀ ਦੀ ਗੱਲ ਕਰਦੇ, ਉਹ ਕਹਿੰਦੇ ਜਦੋਂ ਤੁਹਾਡੀ ਜ਼ਿੰਦਗੀ ਦੇ ਅੰਦਰੋਂ ਇਹ ਦੋਵੇਂ ਚੀਜ਼ਾਂ ਮੁੱਕ ਜਾਣ, ਸੁੱਖ ਦੀ ਲਾਲਸਾ ਮੁੱਕ ਜਾਏ ਤੇ ਦੁੱਖ ਦਾ ਡਰ ਖਤਮ ਹੋ ਜਾਏ, ਮਤਲਬ ਬੰਦਾ ਸੁੱਖ ਲਈ ਘਾਲੇ ਮਾਲੇ ਨਾ ਕਰੇ ਤੇ ਦੁੱਖ ਲਈ ਸਮਝੌਤੇ ਨਾ ਕਰੇ। ਸਮਝਿਓ ਮੇਰੀ ਗੱਲ ਨੂੰ ਥੋੜੇ ਜਿਹੇ ਧਿਆਨ ਨਾਲ। ਸੁੱਖ ਲਈ ਸਮਝੌਤੇ ਨਾ ਕਰੇ, ਮਾਫ ਕਰਿਓ, ਦੁੱਖ ਲਈ ਸਮਝੌਤਾ ਨਾ ਕਰੇ ਵੀ ਜੇ ਆਹ ਗੱਲ ਐ ਨਾ ਕੀਤੀ ਤੇ ਦੁੱਖ ਆਜੂ ਜ਼ਿੰਦਗੀ 'ਚ। ਗੁਰੂ ਇਦਾਂ ਹੀ ਸਮਾਜ ਜਿਹੜਾ ਆ ਉਹ ਹੌਲੀ ਹੌਲੀ ਕਰਪਟ ਬਣ ਜਾਂਦਾ, ਸਮਾਜ ਵਿੱਚ ਕਰਪਸ਼ਨ ਆ ਜਾਂਦੀ ਹੈ, ਸਮਾਜ ਵਿੱਚ ਊਣਤਾਈਆਂ ਆ ਜਾਂਦੀਆਂ ਨੇ, ਕਿਉਂਕਿ ਸਮਾਜ ਦੇ ਲੋਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੌਲੀ ਹੌਲੀ ਸਮਝਣ ਤੋਂ ਅਸਮਰੱਥ ਹੋ ਜਾਂਦੇ ਆ। ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਿਹੜੀ ਅਸਲੀ ਗੱਲ ਹੈ ਉਹਨੂੰ ਛੱਡ ਦਿੰਦੇ ਨੇ। ਸੋ ਬਾਣੀ ਜਿਹੜੀ ਗੱਲ ਨੂੰ ਸਮਝਾਉਂਦੀ ਹੈ, ਬਾਣੀ ਕਹਿੰਦੀ ਹੈ ਜੇ ਸੁੱਖ ਦੇ ਤਾਂ ਤੁਝੇ ਆਰਾਧੀ। ਜੇ ਮੇਰੇ ਕੋਲ ਦੁਨਿਆਵੀ ਤੌਰ ਤੇ ਕੋਈ ਸੁੱਖ ਸਹੂਲਤ ਵੀ ਹੋਏਗੀ, ਫਿਰ ਵੀ ਮੈਂ ਤੇਰੀ ਰਜ਼ਾ ਵਿੱਚ ਹਾਂ। ਜੇ ਦੁੱਖ ਦੇ, ਹੁਣ ਦੁੱਖ ਤੇ ਸੁੱਖ, ਜੇ ਸੁੱਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ। ਦੁੱਖ ਸੁੱਖ ਦੋਨੋਂ ਸਮ ਕਰ ਜਾਣੇ, ਬਰਾਬਰ ਸਮ, ਵੱਖਰੇ ਨਹੀਂ ਆ। ਕਿਸੇ ਚੀਜ਼ ਦਾ ਚਾਅ ਨਹੀਂ ਤੇ ਕਿਸੇ ਚੀਜ਼ ਨਾਲ ਬੰਦਾ ਐ ਪਰੇਸ਼ਾਨ ਨਹੀਂ ਹੁੰਦਾ। ਹੁਣ ਇਹ ਸਭ ਤੋਂ ਵੱਡੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਜਿਹੜੀ ਸੱਚੇ ਪਾਤਸ਼ਾਹ ਜੀ ਨੇ ਸਾਡੇ ਜ਼ਿਹਨ ਵਿੱਚ ਪਾਈ ਹੈ। ਅੱਜ ਕੀ ਹੈ, ਜਾਂ ਅੱਜ ਦੇ ਬੰਦਿਆਂ ਦੇ ਅੰਦਰ ਡਰ ਹੈ ਬਹੁਤ ਜ਼ਿਆਦਾ। ਬਾਣੀ ਪੜ੍ਹਨ ਵਾਲੇ ਬੰਦੇ ਬਹੁਤ ਡਰਦੇ ਨੇ, ਬਹੁਤ ਵੱਡਾ ਖਤਰਾ ਆ ਸਾਡੇ ਸਮਾਜ, ਔਰ ਡਰ ਵਿੱਚੋਂ ਸਾਰੀਆਂ ਚੀਜ਼ਾਂ ਨਿਕਲਦੀਆਂ, ਜਾਂ ਫਿਰ ਲਾਲਸਾ ਆ। ਤਾਂ ਹੀ ਨਾ ਆਸਾ ਮਨਸ਼ਾ ਸਗਲ ਤਿਆਗੈ। ਹੁਣ ਦੋਵੇਂ ਹੀ ਛੱਡ, ਆਸਾ ਆਸ ਰੱਖਣੀ, ਮਨਸ਼ਾ ਮੇਰੇ ਮਨ ਦੀ ਇੱਛਾ, ਮੇਰੇ ਮਨ ਦੀ ਭਾਵਨਾ, ਮੇਰਾ ਮਨ ਐ ਸੋਚਦਾ ਆ, ਇਹ ਛੱਡਣੀਆਂ ਪੈਣੀਆਂ। ਜਦੋਂ ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਛੱਡ ਦੇਗਾ ਨਾ, ਦੁੱਖ ਸੁੱਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ ਹਰਕ ਸੋਗਤੇ ਰਹੇ ਨਿਆਰੋ। ਨਿਆਰਾ ਰਵੇ, ਨਿਆਰਾ ਰਵੇ, ਇਹੀ ਨਿਆਰਾਪਨ ਹੈ ਨਾ। ਹੁਣ ਕੋਈ ਬੰਦਾ ਕਹਿੰਦਾ ਸਿਰਸਾ ਪਾਈ ਮੈਂ ਨਿਆਰਾ ਆ, ਪੱਗ ਬੰਨ੍ਹਦਾ ਮੈਂ ਨਿਆਰਾ ਆ, ਮੈਂ ਆਹ ਵਿਚਾਰਧਾਰਾ ਨਹੀਂ ਮੰਨਦਾ ਮੈਂ ਨਿਆਰਾ ਆ। ਇੱਦਾਂ ਨਹੀਂ, ਤੁਸੀਂ ਇੱਕ ਗੱਲ ਛੱਡ ਕੇ ਨਿਆਰੇ ਨਹੀਂ ਹੋ ਜਾਂਦੇ, ਇੱਕ ਗੱਲ ਨੂੰ ਗ੍ਰਹਿਣ ਕਰਕੇ ਨਿਆਰੇ ਨਹੀਂ ਹੋ ਜਾਂਦੇ,
ਇਹਨਾਂ ਸਾਰੀਆਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ। ਅਸੀਂ ਸਮਾਜ ਦੇ ਅੰਦਰ ਅਸਲੀ ਗੱਲ ਨੂੰ ਸਮਝਣ ਦਾ ਯਤਨ ਜਿਹੜਾ ਆ ਉਹ ਕਰਨਾ ਹੈ। ਕੋਈ ਗੱਲ ਨਹੀਂ, ਜਿਹੜੀ ਜੇ ਕੋਈ ਗੱਲ ਰਹਿ ਜਾਂਦੀ ਹੈ, ਜੇ ਕੋਈ ਗੱਲ ਨਹੀਂ ਸਮਝ ਆਉਂਦੀ ਸਾਨੂੰ, ਤਾਂ ਸਾਨੂੰ ਕੋਈ ਗੱਲ ਨਹੀਂ, ਛੱਡ ਦੇਣੀ ਚਾਹੀਦੀ ਹੈ, ਕੋਈ ਗੱਲ ਨਹੀਂ। ਇਹ ਜ਼ਰੂਰੀ ਨਹੀਂ ਹੈ ਵੀ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਨਾਲ ਸਮਝਣ ਦਾ ਯਤਨ ਕਰੀਏ ਤੇ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਤੇ ਜ਼ੋਰ ਨਾ ਦਈਏ। ਇੱਕੇ ਗੱਲ ਤੇ ਅੜ ਨਹੀਂ ਜਾਈਦਾ, ਇਹ ਧਿਆਨ 'ਚ ਰੱਖੋ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੱਲ ਨੂੰ ਸਮਝਣਾ ਆ ਤਾਂ ਤੁਸੀਂ ਇਹ ਬੇਸ ਹੈ ਜਿਹੜਾ, ਇਹਨੂੰ ਸਿਧਾਂਤ ਹੈ ਜਿਹੜਾ ਸਾਡੀ ਜਿਹੜੀ ਗੁਰਬਾਣੀ ਦੀ ਕਸਵੱਟੀ ਹੈ, ਉਹਦੇ ਤੇ ਆਪਣੇ ਆਪ ਨੂੰ ਪਰਖਣਾ ਹੈ। ਸੋ ਉੱਥੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇਸ ਤਰ੍ਹਾਂ ਨਾਲ ਇਹਨੂੰ ਸਮਝਿਓ। ਕਿਸੇ ਨੂੰ ਉਹ ਦੁੱਖ ਲੱਗ ਸਕਦਾ, ਪਰ ਕਿਸੇ ਵਾਸਤੇ ਉਹ ਸੁੱਖ ਹੈ। ਦੁੱਖ ਵਿੱਚੋਂ ਸਮਝੌਤੇ ਪੈਦਾ ਹੁੰਦੇ ਆ ਤੇ ਸੁੱਖ ਵਿੱਚ ਬੰਦੇ ਕਰਪਸ਼ਨ ਦਾ ਰਾਹ ਚੁਣ ਲੈਂਦੇ ਆ, ਗਲਤ ਬੰਦਿਆਂ ਦਾ ਸਾਥ ਕਰਨ ਲੱਗ ਜਾਂਦੇ ਆ, ਜਾਂ ਕਹਿ ਲਓ ਸਮਝੌਤੇ ਦਾ ਹੀ ਦੂਜਾ ਰੂਪ ਹੈ ਉਹ ਵੀ ਤੁਸੀਂ ਕਰਪਸ਼ਨ ਦੇ ਵਿਰੁੱਧ ਖੜਨ ਦੀ ਬਜਾਏ ਖੁਦ ਕਰਪਸ਼ਨ ਦੇ ਧਾਰਨੀ ਹੋ ਜਾਂਦੇ ਹੋ। ਇਹਦੇ 'ਚ ਤੁਹਾਡੀਆਂ ਵੱਡੀਆਂ ਵੱਡੀਆਂ ਪਦਵੀਆਂ ਗਵਾਚਦੀਆਂ, ਵੱਡਿਆਂ ਵੱਡਿਆਂ ਰੁਤਬਿਆਂ ਤੇ ਬਹਿ ਕੇ ਬੰਦੇ ਆਪਣੀ ਜ਼ੁਬਾਨਾਂ ਨੂੰ ਤਾਲੇ ਲਾ ਲੈਂਦੇ ਆ, ਕਿਸੇ ਦੇ ਡਰ ਕਰਕੇ, ਕਿਸੇ ਦੀ ਦਹਿਸ਼ਤ ਕਰਕੇ। ਇੱਕ ਪੱਖ ਤੇ ਬੰਦੇ ਖੁੱਲ੍ਹ ਕੇ ਗੱਲ ਕਰ ਸਕਦੇ ਆ ਕਿਉਂਕਿ ਉਹਦਾ ਡਰ ਖਤਮ ਹੋ ਗਿਆ ਲੱਗਦਾ ਹੁੰਦਾ, ਪਰ ਦੂਜਾ ਪੱਖ ਤੁਸੀਂ ਉਹੋ ਹੀ ਬੰਦੇ ਜਿਹੜੇ ਨਿਡਰ ਹੋਣ ਦੀ ਪਰਿਭਾਸ਼ਾ ਦੇਣਗੇ, ਤੁਸੀਂ ਵੇਖਿਓ ਉਹਨਾਂ ਦੇ ਦਿਮਾਗ 'ਚ ਡਰ ਬੈਠਾ ਵੀ ਕਿਤੇ ਨਾ ਕਿਤੇ ਤੁਹਾਨੂੰ ਲੱਗੂਗਾ। ਇੱਕ ਬੰਦੇ ਨੂੰ ਗਲਤ ਕਹਿ ਲੈਣਗੇ ਵੀ ਆਹ ਬੰਦਾ ਬਹੁਤ ਗਲਤ ਹੈ, ਪਰ ਦੂਜੇ ਬੰਨੇ ਉਹਦੇ ਨਾਲੋਂ ਵੀ ਜਾਂ ਉਹਦੇ ਵਰਗਾ ਹੀ ਗਲਤ ਬੰਦਾ ਹੋਵੇ, ਉਹਦਾ ਨਾਂ ਨਹੀਂ ਲੈਣਗੇ ਕਿਉਂਕਿ ਉਹਦਾ ਡਰ ਹੈ, ਉਹਨੇ ਦਹਿਸ਼ਤ ਪਾਈ ਹੈ ਦਿਮਾਗ ਦੇ ਵਿੱਚ। ਸੋ ਇਹ ਚੀਜ਼ਾਂ ਛੱਡ ਕੇ ਅਸੀਂ ਸੱਚੇ ਦੇ ਧਾਰਨੀ ਹੋ ਸਕਦੇ ਹਾਂ, ਜਿਹੜੀ ਗੱਲ ਬਾਣੀ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਸੋ ਜਦੋਂ ਵੀ ਤੁਸੀਂ ਕਿਸੇ ਚੀਜ਼ ਨੂੰ ਸਮਝਣਾ ਆ ਤਾਂ ਉਹਦੇ ਵਾਸਤੇ ਬੇਸ ਸਿਧਾਂਤ ਹਰ ਵਾਰ ਕਹੀਦਾ ਵੀ ਬਾਣੀ ਹੋਣੀ ਚਾਹੀਦੀ ਹੈ। ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਗੱਲ ਕਰਦੇ ਆ, ਸੱਚੇ ਹੀ ਪਤਿਆਏ ਸੱਚ ਸਮਾਇਆ, ਸੱਚੇ ਨਾਲ ਇੱਕਮਿਕ ਹੋ ਕੇ ਸੱਚ ਦਾ ਰੂਪ ਹੋਈਦਾ ਆ। ਸੱਚੇ ਨਾਲ ਜੁੜਨ ਦਾ ਮਤਲਬ ਸੱਚੇ ਦਾ ਰੂਪ ਹੋਣਾ। ਉੱਥੇ ਜੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਜੇ ਕਹਿੰਦੇ ਬਾਬਰ ਤੂੰ ਜਾਬਰ ਹੈ, ਤੇ ਫਿਰ ਸ੍ਰੀ ਚੰਦ ਨੂੰ ਵੀ ਕਹਿੰਦੇ ਵੀ ਚੱਲ ਮਿੱਤਰਾ ਤੇਰਾ ਆਪਣਾ ਰਾਹ ਆ, ਤੇਰਾ ਕੋਈ ਲੈਣਾ ਦੇਣਾ ਨਹੀਂ ਮੇਰੇ ਨਾਲ, ਕੋਈ ਸਮਝੌਤਾ ਨਹੀਂ ਸ੍ਰੀ ਚੰਦ ਨਾਲ। ਬਾਬਰ ਨੂੰ ਜਾਬਰ, ਸ੍ਰੀ ਚੰਦ ਨੂੰ ਵੀ ਤੇਰਾ ਆਪਣਾ ਰਾਹ ਆ, ਮੈਂ ਆਪ ਵੇਖੂੰ ਆਪਣੇ ਰਾਹ ਤੇ ਕਿਵੇਂ ਚੱਲਣਾ। ਸਿੱਖਾਂ ਪੁੱਤਰਾਂ ਘੋ ਕੇ ਜਾਂ ਸੁਦੋਸਤਾ ਲੈਣਾ ਟਿਕਿਓ, ਉੱਥੇ ਲੈਣਾ ਟਿਕ ਜਾਏਗਾ, ਫਿਰ ਸ੍ਰੀ ਚੰਦ ਨਹੀਂ ਟਿਕੇਗਾ। ਸੋ ਇਹ ਨਹੀਂ ਵੀ ਗੁਰੂ ਸਾਹਿਬ ਕਹਿਣ ਚਲੋ ਸ੍ਰੀ ਚੰਦ ਆਪਣਾ ਆ, ਵੀ ਇਹਦੀ ਕਾਹਦੀ ਗੱਲ ਕਰਨੀ ਹੈ, ਉਹ ਤਾਂ ਕੀਤੀ ਸੀ ਮੈਂ ਕਿ ਬਗਾਨੇ, ਫਿਰ ਐ ਕਹਿਣ ਵੀ ਆਪਾਂ ਉਹਨਾਂ ਬਾਰੇ ਤਾਂ ਪ੍ਰਵਾਹ ਥੋੜੀ ਕਰਦੇ ਹਾਂ, ਉਹਨਾਂ ਦਾ ਕਾਹਦਾ ਡਰ ਹੈ ਸਾਨੂੰ, ਅਸੀਂ ਡਰ ਲਾਤਾ ਦਿਮਾਗ ਦੇ ਵਿੱਚੋਂ। ਨਹੀਂ ਭਾਈ, ਇੱਕ ਦਾ ਲਾਤਾ ਦੂਜੇ ਦਾ ਪਾ ਲਿਆ। ਭੰਡਾ ਭੰਡੋਰੀਆ ਕਿੰਨਾ ਕੁ ਭਾਰ, ਇੱਕ ਮੁੱਕੀ ਚੁੱਕ ਲਾ ਤੇ ਦੂਜੀ, ਤੇ ਇੱਕ ਦਾ ਲਾ ਕੇ ਦੂਜੇ ਦਾ ਪਾ ਲੈਂਦੇ ਹਾਂ ਅਸੀਂ। ਬੜੇ ਬੰਦੇ ਨੇ ਤੁਸੀਂ ਵੇਖਿਓ, ਇੱਕ ਲੀਡਰ ਦੇ ਵਿਰੋਧ 'ਚ ਬੋਲਣਗੇ, ਕਹਿਣਗੇ ਹੁਣ ਮੈਨੂੰ ਡਰ ਨਹੀਂ ਰਿਹਾ, ਪਰ ਦੂਜੇ ਦੀ ਸਪੋਰਟ 'ਚ ਖੜ ਜਾਣਗੇ ਜਾਣ ਕੇ, ਪਤਾ ਨਾ ਉਹਨਾਂ ਨੂੰ ਦੂਜੇ ਦੇ ਹੱਕ 'ਚ ਖੜ। ਬੜੇ ਲੀਡਰ ਟਾਈਪ ਦੇ ਬੰਦੇ ਨਹੀਂ ਹੁੰਦੇ ਜਿਹੜੇ ਇਹ ਰਾਜਨੀਤਿਕ ਹਾਲਾਂਕਿ ਲੀਡਰ ਹੋਣਾ ਕੋਈ ਮਾੜੀ ਗੱਲ ਨਹੀਂ ਹੁੰਦੀ, ਪਰ ਜੇ ਲੀਡਰ ਕੋਈ ਨਵਾਬ ਕਪੂਰ ਸਿੰਘ ਵਰਗਾ ਹੋਵੇ, ਜੇ ਲੀਡਰ ਕੋਈ ਮਨੀ ਸਿੰਘ ਵਰਗਾ ਹੋਵੇ, ਜੇ ਲੀਡਰ ਕੋਈ ਹਰੀ ਸਿੰਘ ਨਲੂਏ ਵਰਗਾ ਹੋਵੇ, ਤੇ ਹਰੀ ਸਿੰਘ ਨਲੂਆ ਅਸਲ ਵਿੱਚ ਮੈਨੂੰ ਲੱਗਦਾ ਆ, ਤੁਸੀਂ ਵੇਖਿਓ ਇੱਕ ਹੋਰ ਗੱਲ ਧਿਆਨ ਨਾਲ, ਹਰੀ ਸਿੰਘ ਨਲੂਆ ਸਿੱਖ ਸਮਾਜ ਵਿੱਚ ਫੇਟੀ ਤਾਂ ਨਹੀਂ ਹੁੰਦਾ ਕਿਉਂਕਿ ਉਹ ਲਿਹਾਜ਼ ਨਹੀਂ ਰੱਖਦਾ ਕਿਸੇ ਦਾ, ਉਹ ਕਿਤੇ ਫਿੱਟ ਨਹੀਂ ਹੋਣਗੇ। ਉਹਨੂੰ ਦੋ ਬੰਨਿਆਂ ਤੋਂ ਜਦੋਂ ਖੜਕ ਸਿੰਘ ਦੀ ਵਾਰੀ ਆਉਂਦੀ ਹੈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਉਹਨੂੰ ਆਪਣੇ ਜਗ੍ਹਾ ਤੇ ਵਾਰਸ ਚੁਣਦੇ ਆ, ਤੇ ਮਹਾਰਾਜਾ ਰਣਜੀਤ ਗੱਲਾਂ ਚੱਲਦੀਆਂ ਨੇ ਇੱਦਾਂ, ਤੇ ਹਰੀ ਸਿੰਘ ਨਲੂਆ ਸੀ ਜਿਹੜਾ ਕਹਿੰਦਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਫੈਸਲਾ ਹੋਸ਼ੋ ਹਵਾਸ਼ ਨਾਲ ਕਰਨ ਲੱਗੇ ਹੋ ਜਾਂ ਇੱਕ ਪਾਸੜ ਕਰਨ ਲੱਗੇ ਹੋ।
ਹੁਣ ਇਹ ਗੱਲ ਮਹਾਰਾਜਾ ਰਣਜੀਤ ਜੀ ਦੇ ਰਾਜ ਵਿੱਚ ਚਿੜੀ ਵੀ ਪਰ ਨਹੀਂ ਮਾਰਦੀ। ਉਹਦੇ ਰਾਜ ਵਿੱਚ ਇੱਕ ਜਿਹੜਾ ਜਰਨੈਲ ਹੈ ਉਹ ਰਾਜੇ ਨੂੰ ਸਲਾਹ ਦੇਵੇ, ਇਹ ਹੋ ਸਕਦਾ ਸੀ, ਕਦੀ ਵੀ ਪ੍ਰਵਾਨ ਨਹੀਂ ਸੀ ਹੋਣੀ ਗੱਲ। ਪਰ ਇੱਕ ਬੰਨੇ ਤਾਂ ਮਹਾਰਾਜਾ ਰਣਜੀਤ ਸਿੰਘ, ਦੂਜੇ ਬੰਨੇ ਸਲਾਹ ਦੇਣ ਵਾਲਾ। ਉਹ ਕਹਿੰਦੇ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਵੀ ਖੜਕ ਸਿੰਘ ਨੂੰ ਕਿਉਂ ਚੁਣਿਆ ਜਾ ਰਿਹਾ ਹੈ, ਪਰ ਜੇ ਅਸੀਂ ਸੱਚੀ ਮੁੱਚੀ ਸਿੱਖ ਰਾਜ ਨੂੰ ਦੁਨੀਆ ਦੀਆਂ ਬੁਲੰਦੀਆਂ ਤੇ ਖੜਨਾ ਚਾਹੁੰਦੇ ਹਾਂ ਤੇ ਚੋਣ ਬਾਬੇ ਨਾਨਕ ਵਾਂਗ ਕਰਨ ਦੀ ਲੋੜ ਹੈ। ਇੱਦਾਂ ਨਾ ਕਰੋ ਵੀ ਇਹ ਮੇਰਾ ਪੁੱਤ ਹੈ, ਚੋਣ ਇੱਦਾਂ ਕਰੋ ਵੀ ਇਹਦਾ ਕਾਬਲ ਕੌਣ ਹੈ। ਹੁਣ ਇੱਕ ਸਾਡੇ ਸਮਾਜ ਦੀ ਹੋਰ ਮੁਸ਼ਕਲ ਹੁੰਦੀ ਹੈ ਵੀ ਤੁਸੀਂ ਵੇਖੋ, ਜਦੋਂ ਵੀ ਕੋਈ ਗੱਲ ਹੋਏਗੀ ਨਾ, ਉਹਦਾ ਆਪਣੀ ਵਿਆਖਿਆ ਹਰ ਬੰਦੇ, ਜਿਹੜੇ ਬੰਦੇ ਨੂੰ ਉਹਦੇ ਵਿੱਚੋਂ ਆਪਣਾ ਭਲਾ ਲੱਭਦਾ ਹੋਏਗਾ ਨਾ, ਉਹਨੇ ਉਹਦੇ ਚੋਂ ਉਨਾ ਕੁ ਚੁੱਕ ਲੈਣਾ। ਹੁਣ ਇੰਨੀ ਗੱਲ ਹਰੀ ਸਿੰਘ ਨਲਵੇ ਨੇ ਬੜੀ ਜਾਇਜ਼ ਕਹੀ ਮਹਾਰਾਜਾ ਰਣਜੀਤ ਸਿੰਘ ਨੂੰ, ਔਰ ਬੜੀ ਪਤੇ ਦੀ ਗੱਲ ਸੀ ਇਹ। ਇੱਥੋਂ ਤੱਕ ਕਿਹਾ ਵੀ ਤੁਸੀਂ ਅੰਗਰੇਜ਼ਾਂ ਨਾਲ ਮੱਥਾ ਲਾਉਣ ਦੀ ਗੱਲ ਕਰਦੇ ਹੋ ਤੇ ਇੱਕ ਬੰਨੇ ਉਹ ਗੋਰੇ ਆ ਜਿਨ੍ਹਾਂ ਦੇ ਰਾਜ ਵਿੱਚ ਸੂਰਜ ਨਹੀਂ ਛਿਪਦਾ, ਪਰ ਉਹਨਾਂ ਦੇ ਵਿੱਚ ਰਾਜ ਕਰਨ ਵਾਲਾ ਕੋਈ ਇੱਕ ਬੰਦਾ ਨਹੀਂ ਧਿਆਨ ਵਿੱਚ ਤੁਹਾਡੇ। ਜਦੋਂ ਵੀ ਤੁਸੀਂ ਕਹੋਗੇ ਵੀ ਸਾਰੀ ਦੁਨੀਆ 'ਚ ਰਾਜ ਕਿਹਨੇ ਕੀਤਾ, ਤਾਂ ਤੁਹਾਡੇ ਸਾਹਮਣੇ ਇੱਕ ਬੰਦਾ ਨਹੀਂ ਆਊਗਾ, ਗੋਰਾ ਆਊਗਾ, ਗੋਰੇ ਆਉਣਗੇ। ਇੱਦਾਂ ਉਹ ਟੀਮ ਦਾ ਨਾਮ ਆਊਗਾ, ਇੱਕ ਬੰਦੇ ਦਾ ਨਾਮ ਨਹੀਂ ਆਊਗਾ। ਇੱਦਾਂ ਹੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਜਦੋਂ ਤੁਸੀਂ ਸੱਚ ਦੀ ਗੱਲ ਕਰੋਗੇ ਤਾਂ ਤੁਸੀਂ ਉੱਥੇ ਇੱਕ ਧਿਰ ਦੀ ਗੱਲ ਨਹੀਂ ਆਏਗੀ, ਉੱਥੇ ਭਾਈ ਲਹਿਣੇ ਨੂੰ ਚੁੱਕ ਗਲ ਲਾਇਆ ਜਾ ਸਕਦਾ ਹੈ। ਉੱਥੇ ਭਗਤ ਰਵਿਦਾਸ ਜੀ ਨੂੰ ਚੁੱਕ ਕੇ ਆਪਣੇ ਬਰਾਬਰ ਬਿਠਾਇਆ ਜਾ ਸਕਦਾ ਹੈ। ਇਹੀ ਕ੍ਰਾਂਤੀਕਾਰੀ ਵਿਚਾਰਧਾਰਾ ਆ ਨਾ, ਵੀ ਰਵਿਦਾਸ ਜੀ ਨੂੰ ਬਰਾਬਰ ਖੜਿਆ। ਅੱਜ ਦੇ ਯੁੱਗ ਵਿੱਚ ਤੁਸੀਂ ਕਿਸੇ ਨੂੰ ਸਲਾਹ ਦੇ ਲਓ, ਤੁਸੀਂ ਕਹੋ ਵੀ ਮੈਨੂੰ ਐਂ ਲੱਗਦਾ, ਅਗਲਾ ਕਹਿੰਦਾ ਚੱਲ ਕੰਮ ਕਰ ਜਾ ਕੇ। ਸਾਡੇ 'ਚ ਤਾਂ ਇੱਕ ਅਪਗ੍ਰੇਡ ਮਹਿਕਮਾ ਆ ਜਿਹੜਾ ਜੇ ਕੋਈ ਸਲਾਹ ਦੇਵੇ ਤਾਂ ਉਹ ਮਤਲਬ ਸਿੱਧੇ ਗਾਲਾਂ ਤੇ ਉਤਰ ਆਉਂਦੇ ਬੰਦੇ। ਫਿਰ ਤੁਸੀਂ ਸਾਰਿਆਂ ਨੂੰ ਸਲਾਹ ਦਿੰਦੇ ਹੋ, ਐ ਹੋਣਾ ਚਾਹੀਦਾ, ਐ ਹੋਣਾ ਚਾਹੀਦਾ, ਐ ਹੋਣਾ ਚਾਹੀਦਾ, ਤੇ ਜੇ ਕੋਈ ਉਹਨਾਂ ਨੂੰ ਸਲਾਹ ਦੇ ਫਿਰ ਕਹਿਣਗੇ ਲੈ ਗਾਲਾਂ ਤੇ ਸ਼ਬਦ ਨਹੀਂ ਮੈਂ ਵਰਤ ਸਕਦਾ ਵੀ ਯਾਰ ਕਿੰਨੀ ਮਤਲਬ ਅੰਦਰ ਫਸਟੇਸ਼ਨ ਭਰੀ ਪਈ ਹੈ, ਕਿੰਨਾ ਸਾੜਾ, ਕਿੰਨਾ ਜ਼ਹਿਰ ਭਰਿਆ ਪਿਆ ਅੰਦਰ। ਬਸ ਫਿਰ ਉਬਲ ਜਾਂਦੇ ਉਸੇ ਵੇਲੇ, ਉਬਾਲਾ ਵੱਜ ਜਾਂਦਾ ਉਸੇ ਵੇਲੇ। ਕਿਉਂ ਬਈ? ਅੱਛਾ ਤੁਹਾਨੂੰ ਕੋਈ ਸਲਾਹ ਨਹੀਂ ਦੇ ਸਕਦਾ, ਫਿਰ ਤੁਸੀਂ ਸਲਾਹਾਂ ਕਿਉਂ ਦਿੰਦੇ ਹੋ? ਘਰ ਬਹੁ ਫਿਰ ਆਪਣੇ ਚੁੱਪ ਕਰਕੇ, ਵੀ ਤੁਹਾਨੂੰ ਸਲਾਹ ਦੇਣ ਵਾਸਤੇ ਕਿਨੇ? ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਠੇਕਾ ਚੁੱਕਣ ਵਾਲੇ ਬੰਦੇ ਯਾਰ, ਇਹਨਾਂ ਨੂੰ ਸਮਝ ਨਹੀਂ ਇਸ ਗੱਲ ਦੀ। ਬੁੜਕ ਕੇ ਗੱਲਾਂ ਕਰਨਗੇ ਫਿਰ ਵੀ ਐ ਸਾਨੂੰ ਗੁਰੂ ਸਾਹਿਬ ਜੀ ਨੇ ਸਮਝ। ਫਿਰ ਭਾਈ ਤੁਸੀਂ ਸਲਾਹ ਨਹੀਂ ਲੈ ਸਕਦੇ ਕਿਸੇ ਦੀ, ਫਿਰ ਲੈ ਨਹੀਂ ਸਕਦੇ, ਫਿਰ ਦਿੰਦੇ ਕਿਉਂ ਸਲਾਹ? ਹੁਣ ਇਹੀ ਹਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਜਦੋਂ ਸਲਾਹ ਦਿੱਤੀ ਤੇ ਡੋਗਰੇ ਪਿੱਟ ਪਏ ਉਸੇ ਵੇਲੇ। ਇਹ ਸਲਾਹ ਦੇਣ ਵਾਲੇ ਬੰਦੇ ਠੀਕ ਨਹੀਂ ਆ। ਪਤਾ ਕਿਉਂ? ਜਿਹੜੇ ਉਹ ਡੋਗਰੇ ਕੀ ਕਹਿੰਦੇ? ਉਹ ਕਹਿੰਦੇ ਇਹ ਸਲਾਹ ਤਾਂ ਦਿੰਦੇ ਆ, ਇਹ ਆਪ ਬਹਿਣਾ ਚਾਹੁੰਦਾ ਗੱਦੀ ਤੇ। ਅੱਜ ਨਹੀਂ, ਜਦੋਂ ਹੁਣ ਅਸੀਂ ਇੱਦਾਂ ਬਾਣੀ ਦੀ ਗੱਲ ਕਰ ਦੋ ਤੇ ਅਗਲੇ ਕਹਿੰਦੇ ਇਹ ਤਾਂ ਬਾਣੀ ਦੀਆਂ ਗੱਲਾਂ ਕਰਦੇ ਆ, ਬਾਣੀ ਦੇ ਰਾਹੀਂ ਇਹ ਆਪ ਆਪਣੀ ਹੋਂਦ ਦਾ ਅਹਿਸਾਸ ਕਰਾਉਣ। ਉਹ ਭਾਈ ਸਾਡੀ ਕੋਈ ਹੋਂਦ ਨਹੀਂ ਯਾਰ, ਛੱਡੀ ਹੋਂਦ ਆਪਣੀ, ਕਦੀ ਵੀ ਨਹੀਂ ਹੋਂਦ ਦਾ ਅਹਿਸਾਸ ਕਰਾਇਆ। ਪਰ ਹਾਂ, ਨਾ ਕਦੀ ਆਪਣੀ ਹੋਂਦ ਦਾ ਅਹਿਸਾਸ ਕਰਾਇਆ ਤੇ ਨਾ ਕਦੀ ਬਾਣੀ ਦੀ ਰੋਸ਼ਨੀ ਵਿੱਚ ਕਿਸੇ ਦੀ ਹੋਂਦ ਦਾ ਅਹਿਸਾਸ ਹੋਣ ਦੇਣਾ। ਇਹ ਚੇਤਾ ਰੱਖਿਓ, ਬਾਣੀ ਰਹੂ ਸ੍ਰੇਸ਼ਟ, ਸਭ ਤੇ ਉੱਤਮ ਬਾਣੀ ਦੀ ਗੱਲ ਚੱਲੂ। ਵਾਹ ਵਾਹ ਬਾਣੀ ਨਿਰੰਕਾਰ ਹੈ, ਬਾਣੀ ਬਿਰਲੋ ਵਿਚਾਰ ਸੀ, ਇਹ ਬਾਣੀ ਜੋ ਜੀਓ ਜਾਣੈ। ਇਸ ਬਾਣੀ ਦੀ ਗੱਲ ਚੱਲਣੀ। ਸੋ ਜਦੋਂ ਬਾਣੀ ਦੀ ਗੱਲ ਚੱਲਣੀ ਹੈ, ਫਿਰ ਸੱਚੇ ਨੂੰ ਸਮਝ ਕੇ ਤੁਸੀਂ ਸੱਚ ਦਾ ਰੂਪ ਹੋ ਜਾਣਾ। ਤੇ ਮੈਂ ਇਦਾਂ ਕਹਾਂ ਬਾਣੀ ਬਹੁਤ ਮਹਾਨ ਹੈ, ਇਹ ਬੜੀ ਕਮਾਲ ਦੀ ਗੱਲ ਹੈ, ਪਰ ਵੇਖਣਾ ਇਹ ਪੈਣਾ ਵੀ ਬਾਣੀ ਵਾਲੇ ਗੁਣ ਮੇਰੇ 'ਚ ਕਿੰਨੇ ਨੇ। ਬਸ ਗੱਲ ਹੀ ਨਹੀਂ ਹੈ। ਹੁਣ ਇਹ ਗੱਲ ਜਦੋਂ ਹੀ ਹੋਏਗੀ ਇੱਕ ਹੋਣ ਦੀ, ਬੜਿਆਂ ਨੂੰ ਚੰਗੀ ਲੱਗਣੀ ਹੈ ਤੇ ਬੜਿਆਂ ਨੂੰ ਇਹ ਭੈੜੀ ਲੱਗਣੀ ਹੈ। ਬੜਿਆਂ ਨੇ ਕਹਿਣਾ ਕਮਾਲ ਹੈ ਵੀ ਸਾਨੂੰ ਸਾਰਿਆਂ ਨੂੰ ਬਾਣੀ ਤੇ ਭਰੋਸਾ ਕਰ, ਇੱਕੋ ਹੀ ਬਾਣੀ ਤੇ ਸਾਨੂੰ ਬਾਣੀ ਦੀ ਗੱਲ ਸੁਣ ਕੇ ਹੈ ਬਾਣੀ ਦਾ ਪ੍ਰਮਾਣ ਕਿਉਂ ਦੇ ਦਿੱਤਾ, ਬਾਣੀ ਬਾਰੇ ਕਿਉਂ ਦੱਸਿਆ? ਬਾਣੀ ਨਹੀਂ ਕਹਿਣੀ, ਅਸੀਂ ਬਾਣੀ ਦਾ ਨਾਂ ਨਹੀਂ ਲੈਣਾ, ਬਾਣੀ ਨੂੰ ਛੱਡ ਦਿਓ। ਕਿਉਂ ਛੱਡਦੀ ਹੈ ਬਾਣੀ? ਅਸੀਂ ਉਦੋਂ ਨਾ ਛੱਡੀ ਜਦੋਂ ਅਗਲੇ ਕਹਿੰਦੇ ਸੀ
ਸਾਡੀਆਂ ਲਿਖ ਦਿਓ 4 ਗੱਲਾਂ, ਇੱਕੋ ਜੀ ਹੋ ਜੂ, ਆ ਵੀ ਪਾ ਦਿਓ ਵਿੱਚ 4 ਗੱਲਾਂ। ਬਾਬੇ ਨੇ ਕਿਹਾ ਨਾ, ਇਹ ਸੱਚੀ ਤੇ ਸੱਚੀ ਰਹਿਣੀ ਹੈ, ਇੱਦਾਂ ਨਹੀਂ ਵੀ ਕਿਸੇ ਦੀ। ਵਕਤ ਦੀ ਹਕੂਮਤ ਸੀ ਉਸ ਵੇਲੇ, ਸੋ ਬਾਣੀ ਦੇ ਸਾਹਮਣੇ ਸਾਰਾ ਕੁਝ ਫਿੱਕਾ ਫਿੱਕਾ ਨਜ਼ਰ ਪੈਂਦਾ ਸਾਨੂੰ। ਬਾਣੀ ਸਭ ਤੋਂ ਉੱਤਮ ਗੱਲ ਹੈ। ਸੱਚੇ ਪਾਤਸ਼ਾਹ ਜੀ ਫਿਰ ਕਹਿੰਦੇ, ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ। ਤੂੰ ਸੱਚਾ ਆ, ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਆ ਜਿਹਨੇ ਸੱਚ ਵਰਤਾਇਆ ਹੈ। ਹੁਣ ਪਿਆ ਸਾਰਾ ਕੁਝ ਵੀ ਹੈ ਸਮਾਜ ਵਿੱਚ, ਸੱਚ ਵੀ ਹੈ ਤੇ ਝੂਠ ਵੀ ਹੈ, ਡਿਪੈਂਡ ਕਰਦਾ ਵੀ ਤੁਸੀਂ ਲੈਣਾ ਕੀ ਹੈ। ਹੁਣ ਝੂਠਾ ਬੰਦਾ ਕਵੇ ਵੀ ਵੇਖੋ ਰੱਬ ਨੇ ਮੈਨੂੰ ਵੀ ਇੱਦਾਂ ਨਹੀਂ। ਸੱਚ ਤੇ ਝੂਠ ਦੋਵੇਂ ਚੀਜ਼ਾਂ ਪਈਆਂ ਆ। ਤੂੰ ਦੱਸ ਵੀ ਤੇਰੀ ਚੋਣ ਕੀ ਹੈ, ਤੂੰ ਲੱਭਣਾ ਕੀ ਹੈ, ਤੂੰ ਭਾਲਦਾ ਕੀ ਹੈ। ਕਿਸੇ ਨੂੰ ਸਿੱਖ ਰੱਬ ਦਾ ਰੂਪ ਲੱਗਦੇ ਨੇ, ਕਿਸੇ ਨੂੰ ਸਿੱਖ ਜਰਾਇਮ ਪੇਸ਼ਾ ਲੱਗਦੇ ਨੇ। ਕੋਈ ਸਿੱਖ ਵੱਲ ਵੇਖ ਕੇ ਇਦਾਂ ਕਹਿ ਰਿਹਾ ਵੀ ਯਾਰ ਸੱਚੀ ਮੁੱਚੀ ਸਾਰੀ ਦੁਨੀਆ ਦੇ ਅੰਦਰ ਇਸ ਤਰ੍ਹਾਂ ਦੇ ਬੰਦੇ ਹੋਣੇ ਚਾਹੀਦੇ ਆ, ਤੇ ਕੁਝ ਬੰਦੇ ਇਦਾਂ ਦੇ ਆ ਜਿਹੜੇ ਕਿ ਇਹ ਦਿਸਣੇ ਕਿਤੇ ਨਹੀਂ ਚਾਹੀਦੇ। ਹੁਣ ਇਹ ਤਾਂ ਉਹਦਾ ਨਜ਼ਰੀਆ ਹੈ ਨਾ ਵੀ ਉਹ ਕਿਵੇਂ, ਜਿਵੇਂ ਇੱਕ ਦਰਖਤ ਹੈ, ਦਰਖਤ ਦੇ ਥੱਲੇ 2 ਬੰਦੇ ਬੈਠੇ ਨੇ। ਇੱਕ ਬੰਦਾ ਦਰਖਤ ਦੇ ਥੱਲੇ ਬੈਠਾ ਐ ਸੋਚ ਰਿਹਾ, ਕਹਿੰਦਾ ਕਿੱਡਾ ਵੱਡਾ ਦਰਖਤ ਹੈ, ਜੇ ਇਹਨੂੰ ਕੱਟਿਆ ਜਾਏ, ਇਹਨੂੰ ਕੱਟਣ ਤੋਂ ਬਾਅਦ ਇਹਦੀ ਕਿੰਨੀ ਲੱਕੜ ਨਿਕਲੂਗੀ ਤੇ ਲੱਕੜ ਵੇਚ ਕੇ ਕਿੰਨੇ ਪੈਸੇ ਕਮਾਏ ਜਾ ਸਕਦੇ। ਦਰਖਤ ਨੂੰ ਖਤਮ ਕਰਕੇ ਕਮਾਈ ਕਰਨ ਬਾਰੇ ਸੋਚ ਰਿਹਾ। ਦੂਜਾ ਕਹਿੰਦਾ ਵੀ ਇਹ ਦਰਖਤ ਹੈ, ਜਿੱਡਾ ਵੱਡਾ ਇਹ ਦਰਖਤ ਹੈ ਨਾ, ਜੇ ਸੱਚੀ ਇਸ ਦੇ ਕੱਦ ਦੇ ਹਿਸਾਬ ਨਾਲ ਇਹਨੂੰ ਫਲ ਲੱਗਣ, ਇਹਦੇ ਕੱਦ ਦੇ ਹਿਸਾਬ ਨਾਲ ਇਹਨੂੰ ਇਹਦੇ ਤੇ ਫਲ ਆਉਣ, ਤੇ ਕਿੰਨੀ ਕਮਾਈ ਹੋ ਸਕਦੀ, ਕਿੰਨਾ ਪੈਸਾ ਕਮਾਇਆ ਜਾ ਸਕਦਾ ਇਹਦੇ ਕੱਦ ਦੇ ਹਿਸਾਬ ਨਾਲ। ਮੈਂ ਕਹਿੰਦਾ ਭਾਵੇਂ ਦੋਵਾਂ ਦੀ ਸੋਚ ਕਮਾਈ ਕਰਨ ਦੀ ਹੈ, ਪਰ ਇੱਕ ਦੀ ਖਤਮ ਕਰਕੇ ਹੈ ਤੇ ਇੱਕ ਦੀ ਉਹਨੂੰ ਰੱਖ ਕੇ ਹੈ। ਹੁਣ ਉਹਨਾਂ ਦੋਵਾਂ ਚੋਂ ਵੀ ਤੁਹਾਨੂੰ ਫੈਸਲਾ ਕਰਨਾ ਪੈਣਾ ਵੀ ਜਿਹੜਾ ਜੇ ਕਮਾਈ ਵੀ ਕੋਈ ਕਰ ਰਿਹਾ, ਜੇ ਉਹਨੂੰ ਰੱਖ ਕੇ ਉਹਦੀ ਹੋਂਦ ਨੂੰ ਬਚਾ ਕੇ ਕਰ ਰਿਹਾ ਤਾਂ ਉਹ ਕਮਾਈ ਖਤਰਨਾਕ ਨਹੀਂ, ਪਰ ਜਿਹੜਾ ਉਹਨੂੰ ਖਤਮ ਕਰਕੇ ਕਮਾਈ ਕਰਨਾ ਚਾਹੁੰਦਾ ਨਾ, ਉਹ ਤਾਂ ਉਹਦੀ ਹੋਂਦ ਦਾ ਹੀ ਸਵਾਲ ਖੜਾ ਕਰਦਾ ਹੈ, ਵੱਢਣਾ ਚਾਹੁੰਦਾ ਉਹ। ਗੱਲ ਫਿਰ ਇਹ ਨਹੀਂ ਵੀ ਕਮਾਈ ਦਾ ਹੀ ਮਸਲਾ ਹੈ, ਮਸਲਾ ਇਹ ਹੈ ਵੀ ਤੁਹਾਡਾ ਪੱਖ ਕੀ ਹੈ, ਤੁਸੀਂ ਲੱਭਣਾ ਕੀ ਚਾਹੁੰਦੇ ਹੋ ਉਹਦੇ ਤੋਂ। ਬੈਠਾ ਤਾੜੀ ਲਾਏ ਕੰਵਲ ਛਪਾਇਆ, ਉਹ ਬੈਠਾ ਆ ਪੂਰੇ ਜਗਤ ਵਿੱਚ ਲਾ ਸਮਾਧੀ, ਆਪੀ ਨੇ ਆਪ, ਉਹਨੇ ਸਾਰਾ ਜਗਤ ਇਦਾਂ ਪੈਦਾ ਕੀਤਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ। ਉਹ ਸਾਰੀ ਸ੍ਰਿਸ਼ਟੀ ਬਣਾ ਕੇ ਵਿੱਚ ਹੀ ਰਮਿਆ ਹੋਇਆ ਹੈ, ਉਹਨੂੰ ਕਿਤੇ ਬਾਹਰ ਲੱਭਣ ਨਹੀਂ ਜਾਣ ਦੀ ਲੋੜ, ਉਹ ਵਿੱਚ ਹੀ ਬੈਠਾ ਆ। ਤੇ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰੂ ਨਾਨਕ ਸਾਹਿਬ ਕਹਿੰਦੇ, ਬ੍ਰਹਮੇ ਵੱਡਾ ਕਹਾਏ। ਇੱਥੇ ਬੜੇ ਆਏ ਬ੍ਰਹਮਿਆਂ ਵਰਗੇ ਜਿਹੜੇ ਕਹਿੰਦੇ ਅਸੀਂ ਦੱਸਤਾ ਫੈਸਲਾ ਕਰਕੇ। ਬ੍ਰਹਮਾ ਕਹਿੰਦਾ ਮੈਂ ਦੱਸੂ, ਮੈਂ ਹੀ ਧਰਤੀ ਨੂੰ ਪੈਦਾ ਕੀਤਾ। ਬੜੇ ਬੰਦੇ ਆਉਣਗੇ ਇੱਥੇ, ਬੜੇ ਬੰਦੇ ਏਦਾਂ ਫੈਸਲਾ ਕਰਕੇ ਦੱਸਣਗੇ, ਪਰ ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਬ੍ਰਹਮੇ ਵੱਡਾ ਕਹਾਏ ਅੰਤ ਨਾ ਪਾਇਆ। ਉਹਦਾ ਅੰਤ ਨਹੀਂ ਪਾ ਹੋਣਾ। ਅੰਤ ਕਾਰਨ ਕਿਤੇ ਬਿਲਲਾਏ, ਤੜਫਦੇ ਰਹਿਣਗੇ ਬੰਦੇ ਪਿਓ ਦਾ, ਉਹਦਾ ਅੰਤ ਪਾਉਣ ਦਾ ਵਿਸ਼ਾ ਹੀ ਨਹੀਂ ਹੈ। ਸਾਰੀ ਬਾਣੀ ਤੁਸੀਂ ਪੜ੍ਹੋ ਧਿਆਨ ਨਾਲ, ਗੁਰੂ ਸਾਹਿਬ ਜੀ ਕਹਿੰਦੇ ਉਹ ਬਹੁਤ ਵੱਡਾ ਆ, ਉਹਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭਣਾ, ਉਹ ਅਗੰਮ ਹੈ, ਅਪਾਰ ਹੈ, ਉਹ ਬੇਅੰਤ ਹੈ। ਫਿਰ ਕੀ ਕੀਤਾ ਜਾਏ? ਗੁਰੂ ਸਾਹਿਬ ਜੀ ਕਹਿੰਦੇ ਆਪੀ ਨੇ ਆਪ ਸਾਜਿਓ, ਲੱਭਣ ਦੀ ਬਜਾਏ ਤੇ ਕਿਤੇ ਐਂ ਕਰ ਆਪ ਸਵਾਰੇ ਮੈਂ ਮਿਲਾਂ। ਆਪਾਂ ਸਵਾਰਨ ਤੇ ਫੋਕਸ ਕਰੀਏ, ਮੈਂ ਸਵਾਰਨਾ ਕਿਵੇਂ ਆਪਣੇ ਆਪ। ਬਸ ਜਿੱਦਣ ਭਾਈ ਲਹਿਣੇ ਨੇ ਸਵਾਰ ਲਿਆ, ਉਦਣ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਜਾਣਾ ਹੈ, ਤੇ ਗੁਰੂ ਨਾਨਕ ਸਾਹਿਬ ਉਸ ਨਿਰੰਕਾਰ ਦਾ ਰੂਪ ਹੋ ਜਾਣੇ। ਸੋ ਜਿੱਦਣ ਤੁਸੀਂ ਉਹਨੂੰ ਸਮਝ ਲਓਗੇ, ਉਦਣ ਉਹਦਾ ਰੂਪ ਬਣ ਜਾਗੇ। ਨਹੀਂ ਤੇ ਬ੍ਰਹਮੇ ਵਰਗੇ ਬਹੁਤ ਆਏ ਜਿਹੜੇ ਇਹ ਦਾਅਵਾ ਕਰਦੇ ਸੀ ਵੀ ਅਸੀਂ ਰੱਬ ਪਾ ਲਿਆ ਆ, ਅਸੀਂ ਰੱਬ ਦੀ ਸਹੀ ਗੱਲ ਸਮਝ ਲਈ ਹੈ, ਸਾਨੂੰ ਰੱਬ ਬਾਰੇ ਜ਼ਿਆਦਾ ਪਤਾ ਲੱਗ ਗਿਆ। ਵੇਦ ਲਿਖ ਮਾਰੇ, ਕਿੱਡੇ ਕਿੱਡੇ ਗ੍ਰੰਥ ਲਿਖ ਮਾਰੇ ਅਗਲਿਆਂ ਨੇ ਰੱਬ ਦੇ ਸਿਲਸਿਲੇ ਤੇ, ਪਰ ਐ ਨਹੀਂ। ਤਾਂ ਹੀ ਬਾਣੀ 'ਚ ਕਿਤੇ ਵੀ ਕੋਈ ਦਾਅਵਾ ਸੱਚੇ ਪਾਤਸ਼ਾਹ ਜੀ ਨਹੀਂ ਐਂ ਕਰਦੇ ਵੀ ਇਹੀ ਇੱਕ ਰੱਬ ਹੈ। ਗੁਰੂ ਸਾਹਿਬ ਜੀ ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਗੁਰੂ ਸਾਹਿਬ ਕਹਿੰਦੇ ਤੇਰੇ ਕਵਣ ਕਵਣ
गुण कह कह गावा, तू साहिब गुणी निधाना, तुमरी महिमा बरन न साको, तू ठाकुर ऊंच भगवाना। जेवा एक कमन गुण कही है, बेशुमार बेअंत स्वामी, तेरो अंत न किन्हीं लही। कौन तुम दाते ठाकुर प्रतिपालक, नायक खसम हमारे, निमख निमख तुम ही प्रतिपालो, हम बारक तुमरे तारे। तुम वड्डी हूं वड्डा अपार, तेरा मर्तबा ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਹੇ। ਉਹ ਬਹੁਤ ਵੱਡਾ ਆ, ਉਹਦੇ ਬਾਰੇ ਨਹੀਂ ਇਸ ਝਮੇਲੇ 'ਚ ਨਹੀਂ ਪੈਣ ਦੀ ਲੋੜ। ਬਸ ਇਸ ਨੂੰ ਸਮਝਣ ਦੀ ਲੋੜ ਆ, ਜਿਹੜੀ ਬਾਣੀ ਕਹਿੰਦੀ ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਸਭ ਜੱਗ ਤੇਰਾ ਹੋਏ। ਫਿਰ ਕਹਿੰਦੇ ਨਾ ਤਿਸ ਬਾਪ ਨਾ ਮਾਏ, ਕਿਨ ਤੂੰ ਜਾਇਆ। ਨਹੀਂ, ਉਹਦਾ ਮਾਈ ਬਾਪ ਲੱਭਣਾ ਹੀ ਨਹੀਂ ਤੁਹਾਨੂੰ, ਵੀ ਇਹ ਮਾਂ ਆ, ਇਹ ਉਹਦਾ ਪਿਓ ਹੈ। ਹਰ ਇੱਕ ਚੀਜ਼ ਦੀ ਹੋਂਦ, ਉਹਦਾ ਅਹਿਸਾਸ ਵੀ ਇਹ ਪੌਦਾ ਇਹਦੇ ਤੋਂ ਬਣਿਆ, ਇਹ ਇਹਦੇ ਤੋਂ ਬਣਿਆ, ਇਹਦੇ ਤੋਂ ਬਣਿਆ ਉਹਦਾ। ਪਰ ਤੁਸੀਂ ਰੱਬ ਬਾਰੇ ਇੱਦਾਂ ਗੁਰੂ ਸਾਹਿਬ ਜੀ ਕਹਿੰਦੇ ਵੀ ਕਿਉਂ ਇਸ ਮਸਲੇ 'ਚ ਉਲਝਦੇ ਹੋ, ਜਾਂ ਇਸ ਮਸਲੇ 'ਚ ਕਿਉਂ ਆਪਣੇ ਆਪ ਨੂੰ ਐਵੇਂ એનર્ਜੀ ਬਰਬਾਦ ਕਰਦੇ ਹੋ। ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਤੁਹਾਡੇ ਅੰਦਰ ਹੀ ਰੱਬ ਵਸਦਾ ਆ। ਖੁਦ ਨੂੰ ਤਾਂ ਆਪਾਂ ਸ਼ੁਰੂ 'ਚ ਗੱਲ ਜਿਹੜੀ ਅਖੀਰਲੀ ਪੰਕਤੀ ਵੀ ਉਹਨੂੰ ਮਿਲ ਕੇ ਉਹਦਾ ਰੂਪ ਹੋ ਜਾਈਦਾ ਹੈ। ਉਹਦਾ ਕੋਈ ਰੂਪ ਨਹੀਂ ਹੈ। ਸਹਸਤਵ ਨੈਣ ਨਾ ਨੈਣ ਹੈ ਤੋਹੇ ਕਹੋ। ਸੋਹਿਲਾ ਸਾਹਿਬ ਬਾਣੀ ਪੜੋ ਧਿਆਨ ਨਾਲ, ਕਹਿੰਦੇ ਤੇਰਾ ਕੋਈ ਰੂਪ ਨਹੀਂ ਤੇ ਸਾਰੇ ਤੇਰੇ ਹੀ ਰੂਪ ਨੇ ਬਸ। ਵੀ ਉਹਦਾ ਕੋਈ ਖਾਸ ਰੂਪ ਨਹੀਂ। ਰੂਪ ਨਾ ਰੇਖ ਨਾ ਰੰਗ, ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ। ਉਹਦਾ ਬਹੁਤ ਸੌਖੇ ਸ਼ਬਦਾਂ 'ਚ ਗੁਰੂ ਸਾਹਿਬ ਜੀ ਬਾਣੀ ਦੇ ਅੰਦਰ ਇਸ ਤਰ੍ਹਾਂ ਦੀ ਵਿਆਖਿਆ ਜਿਹੜੀ ਆ ਸਾਡੇ ਸਾਹਮਣੇ ਰੱਖਦੇ ਆ। ਗੁਰੂ ਸਾਹਿਬ ਜੀ ਜਦੋਂ ਇਸ ਤਰ੍ਹਾਂ ਦੇ ਖਿਆਲ ਸਾਨੂੰ ਬਾਣੀ 'ਚ ਦਿੰਦੇ ਆ ਤਾਂ ਸਾਨੂੰ ਇਸ ਗੱਲ ਨੂੰ ਬੜੇ ਸਠਰਮੇ ਨਾਲ, ਬੜੀ ਸਮਝ ਨਾਲ, ਬੜੇ ਪਿਆਰ ਨਾਲ ਇਹ ਗੱਲਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਵੀ ਤੁਸੀਂ ਉਹ ਸਾਰੀ ਬਣਤਰ ਨੂੰ ਧਿਆਨ ਨਾਲ ਵੇਖੋ। ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਨ ਤੂੰ ਜਾਇਆ, ਤੂੰ ਕਿਹੜਾ ਕਿਸੇ ਕੁੱਕ। ਆਹੋ, ਇਹ ਨਹੀਂ ਬੰਦੇ ਕਹਿੰਦੇ ਵੀ ਸਾਡਾ ਰੱਬ ਜਿਹੜਾ ਆ ਵੀ ਗੋਡ ਦਾ ਪੁੱਤਰ, ਸਾਡਾ ਫਲਾਨਾ ਰੱਬ ਦਾ ਅਵਤਾਰ, ਰੱਬ ਨੇ ਅਵਤਾਰ ਧਾਰਿਆ, ਐਸ ਰੂਪ ਵਿੱਚ ਰੱਬ ਆਇਆ। ਨਹੀਂ, ਨਾਮਦੇਵ ਜੀ ਹੋਣਾ ਨਾਲ ਜੋੜ ਲਈਆਂ ਗੱਲਾਂ ਵੀ ਉਹਨਾਂ ਨੇ ਐਸ ਰੂਪ ਵਿੱਚ ਰੱਬ ਜੀ ਦੇ ਦਰਸ਼ਨ ਕੀਤੇ। ਤੇ ਨਾਮਦੇਵ ਜੀ ਹੋਣਾ ਨੂੰ ਖੁਦ ਪੁੱਛ ਕੇ ਵੇਖੋ ਨਾ। ਨਾਮਦੇਵ ਜੀ ਦੇ ਨਾਂ ਤੇ ਗੱਲ ਘੜ ਕੇ ਮੈਂ ਸੁਣਾਤੀ ਲੋਕਾਂ ਨੂੰ, ਪਰ ਨਾਮਦੇਵ ਜੀ ਹੋਣਾ ਨੂੰ ਖੁਦ ਪੁੱਛ ਕੇ ਵੇਖੋ। ਕਹਿੰਦੇ ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ। ਗੁਰੂ ਅਰਜਨ ਸਾਹਿਬ ਜੀ ਇੱਦਾਂ ਵਿਆਖਿਆ ਕਰਦੇ। ਤੇ ਨਾਮਦੇਵ ਜੀ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ। ਇੱਕੋ ਹੀ ਹੈ, ਉਹ ਸਾਰਿਆਂ 'ਚ ਵਸਦਾ ਹੈ। ਇਹਦਾ ਨਾ ਤੇ ਸਰੂਪ ਨਾ ਰੇਖ ਵਰਨ ਸਬਾਇਆ, ਉਹ ਕਿਸੇ ਖਾਸ ਵਰਨ ਦਾ ਹਿੱਸਾ ਨਹੀਂ। ਆਹ ਨੁਕਤਾ ਥੋੜਾ ਜਿਹਾ ਧਿਆਨ ਨਾਲ ਸਮਝਿਓ। ਉਹਦਾ ਰੂਪ ਰੰਗ ਕੋਈ ਨਹੀਂ ਤੇ ਉਹ ਕਿਸੇ ਖਾਸ ਵਰਨ ਦਾ ਨਹੀਂ ਹੈ। ਜਿਵੇਂ ਬ੍ਰਾਹਮਣ ਨੇ ਵਰਨ ਵੰਡ ਪਾ ਕੇ ਕਿਹਾ ਨਾ ਵੀ ਬ੍ਰਾਹਮਣ ਦੇ ਵੱਸ ਹੈ ਰੱਬ ਨੂੰ ਪਾਉਣਾ, ਇਹੀ ਅਸਲ ਵਿੱਚ ਰੱਬ ਸਮਝਾ ਸਕਦਾ ਹੈ, ਕਿਉਂਕਿ ਚਲਾਕੀ ਕੀਤੀ ਰੱਬ ਦੇ ਨਾਂ ਤੇ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਸਾਨੂੰ ਇਹ ਗੱਲ ਬੜੇ ਸੌਖੇ ਔਰ ਸੁਖਾਲੇ ਸ਼ਬਦਾਂ ਵਿੱਚ ਸਮਝਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਕੋਈ ਖਾਸ ਉਹਦੀ ਵਰਨ ਨਹੀਂ ਤੇ ਉਹ ਕਿਸੇ ਵਰਨ ਦਾ ਨਹੀਂ। ਵਰਨ ਵੰਡ ਵਾਲਿਆਂ ਵਾਸਤੇ ਕਿੱਡੀ ਵੱਡੀ ਚੋਟ ਸੀ ਬਾਬੇ ਨਾਨਕ ਜੀ ਦੀ, ਜਿਹੜੀ ਸਹਾਰ ਹੋਣੀ ਸੀ ਕਿਤੇ। ਇੱਥੋਂ ਨਿਕਲਦੀ ਹੈ ਸਾਡੀ ਪੰਗਤ, ਸਾਰੇ ਰਲ ਕੇ ਪ੍ਰਸ਼ਾਦਾ ਇੱਕ ਥਾਂ ਤੇ ਛਕਦੇ ਹਾਂ ਅਸੀਂ। ਇਸ ਲਈ ਤਿਆਰ ਕੀਤੇ ਸੀ ਗੁਰੂ ਸਾਹਿਬ ਜੀ ਨੇ ਸਰੋਵਰ। ਜਦੋਂ ਇੱਕ ਖੂਹ ਤੋਂ ਦੂਜਾ ਬੰਦਾ ਪਾਣੀ ਨਹੀਂ ਸੀ ਭਰ ਸਕਦਾ ਤੇ ਗੁਰੂ ਸਾਹਿਬ ਕਹਿੰਦੇ ਇੱਕੇ ਸਰੋਵਰ ਤੇ ਇਸ਼ਨਾਨ ਕਰਨਗੇ, ਇੱਕੇ ਥਾਂ ਤੇ ਬੈਠਣਗੇ। ਸਾਡੇ ਬੰਦਿਆਂ ਨੇ ਮੁਕਤੀ ਲੱਭਣ ਦੇ ਥਾਂ ਬਣਾ ਲਏ। ਸਾਡੇ ਬੰਦੇ ਉਹਨਾਂ 'ਚ ਮੁਕਤੀਆਂ ਲੱਭਦੇ ਫਿਰਦੇ, ਇੱਥੇ ਇਸ਼ਨਾਨ ਕਰਨ ਨਾਲ ਮੁਕਤੀ ਮਿਲਦੀ। ਉਹ ਭਾਈ ਜਲ ਕੇ ਮੱਜਨ ਜੇਗਤ ਹੋਵੇ, ਨਿਤ ਨਿਤ ਮੇਢਕ ਨਾਵੇਂ, ਜੈਸੇ ਮੇਢਕ ਤੈਸੇ ਹੋਏ ਨਰ, ਫਿਰ ਫਿਰ ਜੋਨੀ ਆਵੇਂ। ਸਮਝ ਨਹੀਂ ਲੱਗਦੀ ਗੱਲ। ਤੀਰਥ ਨਹਾਵਣ ਜਾਓ, ਤੀਰਥ ਸ਼ਬਦ ਵਿਚਾਰ ਦੀ ਗੱਲ ਸਮਝ ਨਹੀਂ ਆਉਂਦੀ ਸਾਨੂੰ ਵੀ ਤੀਰਥ ਕੀ ਹੈ ਸਾਡਾ, ਕਿਹੜੇ ਤੀਰਥ ਤੇ ਜਾ ਕੇ ਇਸ਼ਨਾਨ ਕਰਨਾ ਆ। ਸਾਡੇ ਗੁਰ ਸਥਾਨ, ਸਾਡਾ ਤੀਰਥ ਜਿਹੜਾ ਸਾਡੀ ਮੁਕਤੀ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਹੁਣ ਏਦਾਂ ਵੀ ਗੁਰਦੁਆਰੇ ਗੁਰੂ ਸਾਡੇ ਨਾਲ ਨਹੀਂ ਭਾਈ, ਇਹ ਤਾਂ ਵਿਆਖਿਆ ਠੀਕ ਨਹੀਂ ਹੋਣੀ। ਫਿਰ
ਬੰਦੇ ਤਾਂ ਹੀ ਤਾਂ ਕਹਿੰਦੇ ਆ ਗੁਰਦੁਆਰੇ ਮੈਂ ਝੂਠ ਨਹੀਂ ਬੋਲਦਾ, ਵੇ ਗੁਰਦੁਆਰੇ ਖੜਾ ਆ ਝੂਠ ਨਾ ਬੋਲੀ। ਮੈਂ ਅੱਜ ਤੱਕ ਗੁਰਦੁਆਰੇ ਜਾ ਕੇ ਨਹੀਂ ਕਦੀ ਝੂਠ ਬੋਲਿਆ। ਕਿੱਥੇ ਲਿਖੀ ਹੈ ਗੱਲ? ਸਾਰੇ ਗੁਰੂ ਗ੍ਰੰਥ ਸਾਹਿਬ 'ਚ ਕਿੱਥੇ ਲਿਖਿਆ ਗੁਰਦੁਆਰੇ ਝੂਠ ਨਹੀਂ ਬੋਲਣਾ? ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਝੂਠ ਨਹੀਂ ਬੋਲਣਾ ਚਾਹੀਦਾ। ਥਾਂ ਦੀ ਪਰਿਭਾਸ਼ਾ ਕਿੱਥੇ ਦਿੱਤੀ ਹੈ ਬਈ ਇੱਥੇ ਨਹੀਂ ਬੋਲਣਾ? ਕਈ ਬੰਦੇ ਕਹਿੰਦੇ ਮੈਂ ਜੇ ਨਸ਼ਾ ਕਰ ਵੀ ਲਵਾਂ, ਨਹਾ ਧੋ ਕੇ ਫਰੈਸ਼ ਹੋ ਕੇ ਏਦਾਂ ਗੁਰਦੁਆਰੇ ਜਾਈਦਾ। ਕਿੰਨੇ ਦੱਸੀ ਤੈਨੂੰ ਇਹ ਗੱਲ ਵੀ ਨਹਾ ਧੋ ਕੇ ਫਰੈਸ਼ ਹੋ ਕੇ ਗੁਰਦੁਆਰੇ ਜਾਏ? ਫਿਰ ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ। ਬਾਣੀ 'ਚ ਲਿਖਿਆ, ਬਾਣੀ 'ਚ ਏਦਾਂ ਹੀ ਲਿਖਿਆ ਵੀ ਨਸ਼ਾ ਨਹੀਂ ਕਰਨਾ ਬਸ। ਇਹ ਥੋੜੀ ਲਿਖਿਆ ਵੀ ਇੱਥੇ ਨਸ਼ਾ ਕਰਕੇ ਸਵੇਰੇ ਕਰਕੇ ਸ਼ਾਮ ਕਰਕੇ ਦੁਪਹਿਰ। ਇਹ ਤਾਂ ਖਤਮ ਕੀਤੀਆਂ ਗੱਲਾਂ ਸਾਰੀਆਂ ਗੁਰੂ ਸਾਹਿਬ ਜੀ ਨੇ। ਲਿਆਓ ਦੁਨੀਆ ਭਰ ਦੇ ਨਸ਼ਾ ਕਰਨ ਵਾਲੇ ਬੰਦੇ ਬਹਿ ਕੇ ਇੱਥੇ ਕਰੋ ਗੱਲ। ਜਿਹੜੇ ਸਿਰ ਢੱਕਣ ਦੀ ਗੱਲ, ਗੁਰਦੁਆਰੇ ਸਿਰ ਢੱਕਣਾ ਚਾਹੀਦਾ, ਕਿੱਥੇ ਲਿਖਿਆ ਸਿਰ ਗੁਰਦੁਆਰੇ ਢੱਕਣਾ ਚਾਹੀਦਾ? ਗੁਰੂ ਸਾਹਿਬ ਜੀ ਨੇ ਇਹ ਲਿਖਿਆ। ਬਾਣੀ ਦਾ ਪੱਖ ਇਹ ਹੈ ਸਾਬਤ ਸੂਰਤ ਦਸਤਾਰ ਸਿਰਾ, ਭਾਵ ਕਿ ਜਿਹੜੇ ਬੰਦੇ, ਬਾਣੀ 'ਚ ਹੈ ਕੋਟੇਸ਼ਨ, ਇਹ ਜਿਹੜੇ ਬੰਦੇ ਸਤਿਕਾਰਤ ਹੁੰਦੇ ਆ ਉਹ ਹਮੇਸ਼ਾ ਆਪਣੇ ਸਿਰ ਨੂੰ ਕੱਜ ਕੇ ਰੱਖਦੇ ਆ। ਬਸ ਗੱਲ ਨਿਬੜੀ। ਇਹ ਇੱਜ਼ਤਦਾਰ ਬੰਦਿਆਂ ਦੀ ਨਿਸ਼ਾਨੀ। ਤੁਸੀਂ ਵੇਖੋ, ਇੱਕ ਬੰਦਾ ਗਲੀ ਵਿੱਚ ਇਦਾਂ ਹੀ ਤੁਰਿਆ ਫਿਰਦਾ ਹੋਵੇ, ਕੋਈ ਧਰਮ ਨਹੀਂ, ਇਹਨੂੰ ਧਰਮ ਨਾਲ ਨਾ ਜੋੜ ਕੇ ਵੇਖਿਓ। ਇੱਕ ਬੰਦਾ ਇਦਾਂ ਹੀ ਵਾਲ ਖਿਲਾਰ ਕੇ ਗਲੀ 'ਚ ਤੁਰਿਆ ਫਿਰਦਾ ਹੋਵੇ, ਇੱਕ ਸਿਰ ਤੇ ਪਰਨਾ ਬੰਨ੍ਹ ਕੇ ਤੁਰਿਆ ਫਿਰਦਾ ਹੋਵੇ, ਤੁਸੀਂ ਕਹੋਗੇ ਨਾ ਵੀ ਯਾਰ ਐਂ ਬੰਨ੍ਹ ਲਾ। ਹੁਣ ਅਗਲੀ ਗੱਲ ਕਹਿਣਗੇ, ਅੱਛਾ ਫਿਰ ਕੇਸਾਂ ਦੀ ਲੋੜ ਕੀ ਹੈ? ਵੀ ਜੇ ਕਿਸੇ ਨੇ ਕੇਸ ਨਹੀਂ ਰੱਖੀ ਵੀ ਉਹਨੂੰ ਤਾਂ ਨਹੀਂ ਸਿਰ ਢੱਕਣ ਦੀ ਲੋੜ। ਉਹ ਭਾਈ ਗੱਲ ਫਿਰ ਉੱਥੇ ਹੀ ਆਉਣੀ ਹੈ ਵੀ ਗੁਰੂ ਹੁਕਮ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ। ਸਾਬਤ ਸੂਰਤ ਦਸਤਾਰ ਸਿਰਾ, ਅਸੀਂ ਸਾਬਤ ਸੂਰ, ਇਹ ਬਾਣੀ 'ਚ ਲਿਖੀ ਗੱਲ, ਮੈਂ ਕਿਤੇ ਆਪਣੇ ਕੋਲੋਂ ਨਹੀਂ ਕਹਿ ਰਿਹਾ। ਗੁਰੂ ਗ੍ਰੰਥ ਸਾਹਿਬ 'ਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਵਾਕ ਹੈ। ਸੋ ਅਸੀਂ ਸਾਬਤ ਸੂਰਤ ਰਹਿਣਾ ਸਾਡਾ ਕੌਮੀ ਕਨਸੈਪਟ ਹੈ। ਸਾਨੂੰ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਦੇ ਬਣਾਇਆ ਆ। ਇਹਦੇ ਬੈਨੀਫਿਟ ਜਾਂ ਨੁਕਸਾਨ ਉਹ ਬਹੁਤ ਲੰਮੀ ਚੌੜੀ ਵਿਆਖਿਆ ਆ ਜੇ ਉਸ ਬੰਨੇ ਆਪਾਂ ਤੁਰਾਂਗੇ, ਪਰ ਇੱਕ ਆਇਡੈਂਟੀਟੀ ਹੈ ਸਾਡੀ ਇੱਕ ਦਿੱਖ ਹੈ, ਸਾਡੀ ਇੱਕ ਪਛਾਣ ਹੈ, ਉਹਨੂੰ ਬਣਾਇਆ ਆ ਸੱਚੇ ਪਾਤਸ਼ਾਹ ਜੀ ਨੇ। ਸੋ ਮਹਾਰਾਜ ਦੀ ਬਾਣੀ ਜਿਹੜੀ ਕਹਿੰਦੀ ਉਹਨੂੰ ਸਮਝਣ ਦਾ ਯਤਨ ਆਪਾਂ ਕਰੀਏ। ਉਹਦਾ ਰੂਪ ਨਹੀਂ ਹੈ, ਰੇਖਾ ਨਹੀਂ ਹੈ ਕੋਈ, ਉਹਦਾ ਆਕਾਰ ਨਹੀਂ ਹੈ ਕੋਈ, ਉਹਦਾ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਤੁਸੀਂ ਰੇਖਾ ਨਹੀਂ ਦੱਸ ਸਕਦੇ। ਉਹ ਕਿਸੇ ਵਰਨ ਦਾ ਨਹੀਂ ਹੈ ਤੇ ਉਹਨੂੰ ਕਿਸੇ ਵਰਨ ਨਾਲ ਬੰਨ੍ਹ ਕੇ ਨਹੀਂ। ਤੇ ਇੱਥੇ ਵਰਨ ਦੇ ਨਹੀਂ ਹੈ। ਹਿੰਦੂ ਵੀਰਾਂ ਦਾ ਰੱਬ ਰਾਮ, ਮੁਸਲਮਾਨ ਵੀਰਾਂ ਦਾ ਰੱਬ ਅੱਲਾ, ਕਿਸੇ ਦਾ ਕੋਈ ਕਿਸੇ ਦਾ ਕੋਈ, ਸਿੱਖਾਂ ਦਾ ਵਾਹਿਗੁਰੂ। ਹੁਣ ਬਾਣੀ ਪੜ੍ਹ ਕੇ ਵੇਖੋ, ਉਹ ਕਹਿੰਦੇ ਵੀ ਤੇਰੇ ਨਾਮ ਬੇਅੰਤ ਨੇ, ਤੂੰ ਇੱਕ ਹੈ। ਬਾਣੀ ਕਹਿੰਦੇ ਤੇਰੇ ਨਾਮ ਕਿੰਨੇ ਹੀ ਹੋ ਸਕਦੇ ਨੇ। ਕੋਈ ਤੈਨੂੰ ਹਰੀ ਕਹਿੰਦਾ ਆ, ਕੋਈ ਤੈਨੂੰ ਵਿਸ਼ਨੂੰ ਕਹਿੰਦਾ ਆ, ਕੋਈ ਤੈਨੂੰ ਭਗਵਾਨ ਕਹਿੰਦਾ ਆ, ਕੋਈ ਤੈਨੂੰ ਸ਼ਿਵ ਕਹਿੰਦਾ ਆ, ਕੋਈ ਕੁਛ ਕਹਿੰਦਾ। ਪਰ ਸ਼ਿਵ ਸ਼ਕਤ ਆਪ ਉਪਾਇ ਕੇ ਕਰਤਾ, ਆਪੇ ਹੁਕਮ ਵਰਤਾਇਆ। ਨਾਂ ਅਲੱਗ ਹੋ ਸਕਦੇ ਆ, ਰੱਬ ਨਹੀਂ ਅਲੱਗ ਹੋ ਸਕਦੇ। ਹਾਂ, ਜੇ ਕਿਸੇ ਨੇ ਨਾਂ ਰਚ ਕੇ ਤੇ ਉਹਦਾ ਪਾਤਰ ਵੀ ਰਚਿਆ ਆ, ਉਹ ਰੱਬ ਦੇ ਮੁਕਾਬਲੇ ਤੇ ਖੜਾ। ਜਿਵੇਂ ਮੰਨ ਲਓ ਬ੍ਰਹਮਾ, ਬਾਣੀ 'ਚ ਇਦਾਂ ਬ੍ਰਹਮਾ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਬਾਣੀ 'ਚ ਸ਼ਬਦ ਆ ਗਿਆ। ਕੋਈ ਕਵੇ ਵੀ ਇੱਕ ਬ੍ਰਹਮਾ ਇਹ ਜਿਹਨੇ ਬ੍ਰਹਮੇ ਨੇ ਸ੍ਰਿਸ਼ਟੀ ਸਾਜੀ ਹੈ, ਫਿਰ ਉਹ ਬ੍ਰਹਮਾ ਉਸ ਰੱਬ ਦੇ ਮੁਕਾਬਲੇ ਥੋੜੀ। ਉਹਦੇ ਬਾਰੇ ਤੇ ਬਾਣੀ ਨੇ ਕਹਿਣਾ ਕੋਟ ਬ੍ਰਹਮੇ ਜਗ ਸਾਜਣ ਲਾਏ, ਇਹ ਵੀ ਸ਼ਬਦ ਬਾਣੀ 'ਚ ਆਉਣਗੇ। ਕੋਈ ਕਵੇ ਇਹ ਰਾਮ ਜਿਹਨੇ ਸਾਰੀ ਸ੍ਰਿਸ਼ਟੀ ਸਾਜੀ, ਬਾਣੀ ਨੇ ਕਹਿਣਾ ਹੋਰ ਕੀਤੇ ਰਾਮ ਰਵਾਲ। ਐ ਨਹੀਂ ਹੋਣੀ ਗੱਲ। ਪੰਡਿਤ ਤੁਮਰਾ ਰਾਮਚੰਦ ਸੋਪੀ ਆਵਾ ਦੇਖਿਆ ਥਾ, ਫਿਰ ਇਹ ਸਵਾਲ ਵੀ ਹੋਣਗੇ। ਸੋ ਉਹਦਾ ਕੋਈ ਰੂਪ ਰੰਗ ਨਹੀਂ ਹੈ। ਨਾ ਤਿਸ ਭੁੱਖ ਪਿਆਸ ਰੱਜਾ ਭਾਇਆ, ਉਹਨੂੰ ਭੁੱਖ ਨਹੀਂ ਲੱਗਦੀ, ਉਹਨੂੰ ਪਿਆਸ ਨਹੀਂ ਲੱਗਦੀ, ਉਹਦੇ ਲਈ ਇੱਦਾਂ ਸੰਸਾਰਿਕ ਤੌਰ 'ਤੇ ਚੀਜ਼ਾਂ ਦੀ ਲੋੜ ਨਹੀਂ ਹੁੰਦੀ। ਤਾਂ ਹੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਨਾਲ ਵੀ ਇਹ ਗੱਲਾਂ ਜੋੜ ਲਈਆਂ ਗਈਆਂ ਵੀ ਉਹਨਾਂ ਨੂੰ ਪਿਆਸ ਲੱਗਦੀ ਹੈ, ਰੋਟੀ ਦਾ ਪ੍ਰਬੰਧ, ਉਹਨੂੰ ਜਲ ਪਾਣੀ ਦਾ ਪ੍ਰਬੰਧ। ਇਹ ਸਾਰੀਆਂ ਚੀਜ਼ਾਂ ਸਾਡੇ ਬੰਦਿਆਂ ਨੇ ਆਪਣੀ ਚਲਾਕੀ ਵਿੱਚ ਗੁਰੂ ਨਾਲ ਜੋੜੀਆਂ ਨੇ। ਅਸਲ 'ਚ ਲੋੜਾਂ ਆਪਣੀਆਂ ਨੇ, ਅਸੀਂ ਗੁਰੂ ਨਾਲ ਜੋੜ ਕੇ ਉਹਨੂੰ ਤਾਂ ਪੇਸ਼ ਕਰਦੇ ਹਾਂ ਤਾਂ ਕਿ ਲੋਕ ਉਹਨੂੰ ਚੜਾਵੇ ਦੇ ਲੋਕ ਵਿੱਚ ਲੋਕ ਉਹਨੂੰ ਪੁੰਨ ਸਮਝਣ ਲੱਗ ਜਾਣ ਤੇ ਸਾਡੀਆਂ ਲੋੜਾਂ ਉਹਦੇ ਨਾਲ ਪੂਰੀਆਂ ਹੁੰਦੀਆਂ ਰਹਿਣ। ਗੁਰਮਹਿ ਆਪ ਸਮੋਏ, ਗੁਰੂ ਤੇ ਰੱਬ ਵਿੱਚ ਕੋਈ ਫਰਕ ਨਹੀਂ ਹੈ। ਪਾਰ ਬ੍ਰਹਮ ਗੁਰ ਨਾਹੀ ਭੇਦ, ਗੁਰ ਜੈਸਾ ਨਾਹੀ ਕੋ ਦੇਵ। ਤਾਂ ਹੀ ਲਿਖਿਆ ਨਾ ਵਾਹ ਵਾਹ ਬਾਣੀ ਨਿਰੰਕਾਰ ਹੈ। ਸਾਡੇ ਵਾਸਤੇ ਬਾਣੀ ਤੇ ਨਿਰੰਕਾਰ, ਇਹਦੇ 'ਚ ਕੋਈ ਭੇਦ ਨਹੀਂ ਹੈ। ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਰੱਬ ਰੂਪ ਮੰਨਦੇ ਹਾਂ, ਉਹ ਆਕਾਰ ਨੂੰ ਨਹੀਂ ਮੰਨਦੇ। ਹੁਣ ਜਦੋਂ ਵੀ
ਵਾਹ ਵਾਹ ਬਾਣੀ ਨਿਰੰਕਾਰ, ਅਗਲੇ ਕਹਿ ਦੇਣਗੇ ਨਿਰੰਕਾਰ ਕਦੋਂ ਹੈ, 1430 ਅੰਕ ਨੇ ਇਹਦੇ, ਇੰਨਾ ਸਾਈਜ਼ ਹੈ, ਇੰਨਾ ਉਹ ਨਾਪ ਕੇ ਦੱਸਿਆ ਜਾ ਸਕਦਾ। ਪਰ ਗੱਲ ਇਹ ਹੈ ਵੀ ਜਿਹੜੀ ਉਹ ਵਿਚਾਰਧਾਰਾ ਆ ਨਾ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਆ, ਉਹ ਕਿਤੇ ਨਹੀਂ ਮਿਲਦਾ। ਇਸ ਕਰਕੇ ਉਹਦਾ ਮੁਕਾਬਲਾ ਹੋਣਾ, ਉਹਦੀ ਜਿਲਤ ਦਾ, ਉਹਦੇ ਬਾਹਰੀ ਦਿੱਖ ਦਾ ਨਹੀਂ ਮੁਕਾਬਲਾ ਹੋਣਾ। ਮੁਕਾਬਲਾ ਹੋਣਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ। ਗੁਰਮੈ ਆਪ ਸਮੋਏ ਸ਼ਬਦ ਵਰਤਾਇਆ, ਗੁਰੂ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ। ਗੁਰੂ ਦੇ ਬੋਲ ਰੱਬ ਦੇ ਬੋਲ ਨੇ, ਰੱਬ ਦੇ ਬੋਲ ਗੁਰੂ ਦੇ ਬੋਲ ਨੇ। ਗੁਰੂ ਦੇ ਬੋਲ ਸਾਡੇ ਵਾਸਤੇ ਰੱਬ ਦੇ ਬੋਲ ਨੇ, ਕਿਉਂਕਿ ਮੁਕਾਬਲਾ ਨਹੀਂ ਉਹਦਾ ਕੋਈ। ਉਹ ਕਿਸੇ ਵਰਨ ਦੇ ਨਾਲ ਨਹੀਂ ਜੋੜਦੇ, ਕਿਸੇ ਖਾਸ ਦਾਇਰੇ ਨਾਲ ਨਹੀਂ ਬੰਨ੍ਹਦੇ, ਸਾਨੂੰ ਕਿਸੇ ਸੀਮਤ ਦਾਇਰੇ ਨਾਲ ਬੰਨ੍ਹ ਕੇ ਨਹੀਂ ਰੱਖਦੇ। ਬਹੁਤ ਵੱਡਾ ਸਾਡਾ ਆਕਾਰ ਕਰ ਦਿੰਦੇ ਆ, ਬਹੁਤ ਵੱਡਾ ਸਾਡਾ ਕੱਦ ਬਣਾ ਦਿੰਦੇ ਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਿ ਸੱਚੇ ਹੀ ਪਤੇ ਆਏ, ਸੱਚ ਸਮਾਇਆ। ਪਰ ਇਹ ਗੱਲ ਭਾਵੇਂ ਬਹੁਤ ਪਿਆਰੀ ਹੈ, ਪਰ ਸਾਰਿਆਂ ਨੂੰ ਚੰਗੀ ਨਹੀਂ ਲੱਗਦੀ। ਵਿਆਖਿਆ ਕਰਦੇ ਆ ਸ਼ਲੋਕ ਵਿੱਚ, ਕਹਿੰਦੇ ਨਾਨਕ ਸਾਵਣ ਜੇ ਵਸੇ। ਇਹ ਤਾਂ ਇੱਦਾਂ ਆ, ਸਾਉਣ ਦੇ ਮਹੀਨੇ ਵਿੱਚ ਵਰਖਾ ਹੋਵੇ, ਕਿਸੇ ਨੂੰ ਚੰਗੀ ਲੱਗਦੀ ਹੈ ਤੇ ਕਿਸੇ ਨੂੰ ਭੈੜੀ ਲੱਗਦੀ ਹੈ। ਹੁਣ ਜਦੋਂ ਬਾਣੀ ਦੀ ਗੱਲ ਕਰਦੀ, ਕਿਸੇ ਨੂੰ ਚੰਗੀ ਲੱਗਦੀ ਹੈ ਤੇ ਕਿਸੇ ਨੂੰ ਭੈੜੀ ਲੱਗਦੀ ਹੈ। ਬੜੇ ਬੰਦੇ ਬਾਣੀ ਦੀ ਗੱਲ ਕਰਨ ਤੋਂ ਪਿੱਟਦੇ ਆ। ਇਹ ਨਾ ਪਿੱਛੇ ਜੇ ਸਾਡਾ ਇੱਕ ਕੇਂਦਰ ਸੰਗਰੂਰ ਦੇ ਏਰੀਆ 'ਚ ਖੁੱਲ੍ਹਿਆ, ਬੜੀ ਵਾਰ ਗੱਲ ਸਾਂਝੀ ਕੀਤੀ ਹੈ, ਤੇ ਉੱਥੇ ਸਾਡੇ ਵੀਰ ਪ੍ਰਚਾਰਕ ਜਦੋਂ ਗਏ ਨਾ, ਤੇ ਉਹਨਾਂ ਨੇ ਆਲੇ ਦੁਆਲੇ ਕਲਾਸਾਂ ਲਾਉਣੀਆਂ, ਤੇ ਸ਼ਾਮ ਨੂੰ ਉੱਥੇ ਜਿੰਨੇ ਡਰਾਈਵਰ ਸੇਵਾਦਾਰ ਉਹਨਾਂ 'ਚ ਬਹਿ ਜਾਣਾ, ਉਹਨਾਂ ਨੂੰ ਦੱਸਣਾ ਇੱਕ ਓਂਕਾਰ ਦੇ ਅਰਥ ਕੀ ਨੇ, ਉਹਨਾਂ ਨੂੰ ਦੱਸਣਾ ਜੂਨੀ ਕੀ ਹੁੰਦਾ ਆ, ਉਹਨੂੰ ਦੱਸਣਾ ਸਹਿ ਭੰਗ ਕੀ ਹੁੰਦਾ ਆ, ਪਰਮਾਤਮਾ ਸਾਰਿਆਂ ਤੋਂ ਵੱਡਾ, ਆਪਾਂ ਇੱਕੋ ਜਿਹੇ ਆ। ਤੇ 15 ਕੁ ਦਿਨ ਸਾਡਾ ਕੇਂਦਰ ਚੱਲਿਆ, ਤੇ ਉਹ ਬਾਬਾ ਜੀ ਜਿਹੜੇ ਡੇਰੇ ਵਿੱਚ ਰਹਿੰਦਾ ਸੀ ਸਾਡਾ ਵੀਰ ਪ੍ਰਚਾਰਕ, ਉਹ ਬਾਬਾ ਜੀ ਆਣ ਕੇ ਕਹਿੰਦੇ ਵੀ ਆਪਣਾ ਪ੍ਰਚਾਰਕ ਲੈ ਜਾਓ। ਸਾਡੇ ਵੀਰ ਅਸੀਂ ਕਾਲਜ ਤੋਂ ਜਦੋਂ ਗਏ ਨਾ, ਤੇ ਉਹਨਾਂ ਨੂੰ ਪੁੱਛਿਆ ਵੀ ਗੱਲ ਕੀ ਹੈ, ਕਹਿੰਦੇ ਵੀ ਨਹੀਂ ਬਸ ਪ੍ਰਚਾਰਕ ਲੈ ਜਾਓ, ਅਸੀਂ ਨਹੀਂ ਆਪਣੇ ਇਲਾਕੇ 'ਚ। ਉਹ ਕਹਿੰਦੇ ਕਿਉਂ, ਬਾਣੀ ਦੀ ਗੱਲ ਨਹੀਂ ਕਰਦਾ? ਕਹਿੰਦੇ ਗੱਲਾਂ ਸਾਰੀਆਂ ਠੀਕ ਕਰਦਾ, ਪਰ ਜਿਵੇਂ ਇਹ ਬਾਣੀ ਦੀਆਂ ਗੱਲਾਂ ਸਾਡੇ ਡਰਾਈਵਰਾਂ ਨੂੰ, ਸਾਡੇ ਸੇਵਾਦਾਰਾਂ ਨੂੰ ਸਮਝਾ ਰਿਹਾ, ਇਹਨਾਂ 'ਚੋਂ ਬਹੁਤੇ ਬੰਦੇ ਬਾਬੇ ਨੂੰ ਮੱਥਾ ਟੇਕਣੋਂ ਹਟ ਗਏ, ਬਾਬੇ ਦੇ ਪੈਰੀਂ ਹੱਥ ਲਾਉਣੋਂ ਹਟ ਗਏ। ਇੱਦਾਂ ਹੀ ਜੇ ਬਾਬੇ ਦਾ ਮਾਣ ਸਨਮਾਨ ਘਟ ਗਿਆ ਤਾਂ ਸਾਡੇ ਪੱਲੇ ਕੀ ਰਹਿ ਜਾਣਾ ਹੈ? ਗੁਰੂ ਗ੍ਰੰਥ ਸਾਹਿਬ ਦਾ ਵੱਧ ਰਿਹਾ, ਫਰਕ ਨਹੀਂ ਪੈਂਦਾ, ਬਾਬੇ ਦਾ ਨਹੀਂ ਕੱਟਣਾ ਚਾਹੀਦਾ। ਬੜੇ ਬੰਦੇ ਨੇ ਇੱਦਾਂ ਦੇ, ਆੜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਤੋਰੀ ਫੁਲਕਾ ਆਪਣਾ ਚਲਾਉਂਦੇ। ਸੋ ਨਾਨਕ ਸਾਵਣ ਜੇ ਵਸੈ, ਚੌਂ ਉਮਾਹਾ ਹੋਏ। ਚਾਅ ਚੜ੍ਹਦਾ ਆ ਚਾਰਾਂ ਨੂੰ। ਕਿਹਨਾਂ ਨੂੰ ਚੜ੍ਹਦਾ? ਨਾਗਾਂ, ਮਿਰਗਾਂ, ਮੱਛੀਆਂ, ਰੱਸੀਆਂ, ਘਰ ਧਨ ਹੋਏ। ਨਾਗ ਜਿਹੜਾ ਆ, ਉਹ ਧਰਤੀ ਸੜ ਰਹੀ ਹੁੰਦੀ ਹੈ, ਬਰਖਾ ਪੈਂਦੀ ਹੈ, ਉਹ ਠੰਡ ਪੈਂਦੀ ਹੈ, ਉਹਨੂੰ ਥੋੜ੍ਹੀ ਜਿਹੀ ਰਿਲੈਕਸ ਫੀਲ ਕਰਦਾ, ਚੰਗਾ ਚੰਗਾ ਲੱਗਦਾ। ਧਰਤੀ ਉਹਦੇ ਅੰਦਰ ਵੀ ਜ਼ਹਿਰ ਹੈ, ਬਾਹਰੋਂ ਵੀ ਧਰਤੀ ਸੜ ਰਹੀ ਹੁੰਦੀ ਹੈ, ਉਹ ਪਰੇਸ਼ਾਨ ਹੋਇਆ ਹੁੰਦਾ। ਮੀਂਹ ਪੈਂਦਾ, ਥੋੜ੍ਹਾ ਜਿਹਾ ਰਿਲੈਕਸ ਫੀਲ ਕਰਦਾ, ਉਹਨੂੰ ਚੰਗਾ ਲੱਗਦਾ। ਇੱਦਾਂ ਹੀ ਜਿਹੜੇ ਬੰਦਿਆਂ ਦੇ ਅੰਦਰ ਜ਼ਹਿਰ ਹੁੰਦਾ, ਉਹਨਾਂ ਨੂੰ ਜਦੋਂ ਬਾਣੀ ਇੱਦਾਂ ਚੱਲਦੀ ਹੈ, ਉਹਨਾਂ ਨੂੰ ਐਂ ਲੱਗਦਾ ਯਾਰ ਹਾਂ ਨਿਕਲੇ ਥੋੜ੍ਹਾ ਥੋੜ੍ਹਾ ਜ਼ਹਿਰ ਸਾਡਾ, ਬਾਹਰ ਹੋਵੇ, ਖਤਮ ਹੋਵੇ, ਠੀਕ ਹੋਵੇ। ਮਿਰਗਾਂ, ਮੱਛੀਆਂ, ਮਿਰਗ ਜਿਹੜੇ ਧਿਆਏ ਜੰਗਲਾਂ ਦੇ ਵਿੱਚ ਫਿਰਦੇ ਸੀ, ਮੀਂਹ ਪਿਆ, ਪਾਣੀ ਦੀ ਆਸ ਵੱਜੀ ਉਹਨਾਂ ਨੂੰ ਚੰਗਾ ਲੱਗਾ। ਮੱਛੀਆਂ, ਸੁੱਕ ਚੱਲਿਆ ਸੀ ਪਾਣੀ, ਤੇ ਪਾਣੀ ਬਿਨਾਂ ਮੱਛੀ ਦੀ ਜਾਨ। ਰੱਸੀਆਂ, ਜਿਹੜੇ ਇਹਨੂੰ ਨਾ ਹੁੰਦਾ ਵੀ ਮੌਸਮ ਥੋੜ੍ਹਾ ਜਿਹਾ ਇੱਦਾਂ ਦਾ, ਲਿਓ ਚੰਗੇ ਚੰਗੇ ਪਕਵਾਨ ਖਾਈਏ। ਘਰ ਧਨ ਹੋਏ, ਜਿਨ੍ਹਾਂ ਕੋਲ ਧਨ ਹੈ, ਅਮੀਰ ਲੋਕ। ਪਰ ਦੂਜੇ ਬੰਨੇ ਗੁਰੂ ਸਾਹਿਬ ਕਹਿੰਦੇ ਨਾਨਕ ਸਾਵਣ ਜੇ ਵਸੈ, ਜੇ ਨਾ ਸਾਵਣ ਦੀ ਵਰਖਾ ਹੁੰਦੀ ਹੈ, ਚੌਂ ਵਿਛੋੜਾ ਹੋਏ। ਚਾਰਾਂ ਦਾ ਵਿਛੋੜਾ ਪੈ ਜਾਂਦਾ ਹੈ, ਚਾਰਾਂ ਦਾ ਵਿਛੋੜਾ ਪੈਂਦਾ ਹੈ। ਹੁਣ ਇਹ ਵਿਆਖਿਆ ਮੰਗਦੀਆਂ ਸਾਰੀਆਂ ਗੱਲਾਂ, ਥੋੜ੍ਹੇ ਜਿਹੇ ਧਿਆਨ ਨਾਲ। ਜੇ ਸਾਵਣ ਵਸਦਾ, ਗਾਈ ਪੁੱਤਾਂ ਨਿਰਧਨਾ, ਪੰਥੀ ਚਾਕਰ ਹੋਏ। ਗਾਈ ਦੇ ਪੁੱਤ ਬਲਦ, ਉਹਨਾਂ ਸਮਿਆਂ ਦੀ ਐਗਜ਼ਾਮਪਲ ਹੈ। ਗਾਂ ਦੇ ਪੁੱਤ ਬਲਦ ਨੂੰ ਦੁੱਖ ਹੁੰਦਾ, ਕਿਉਂਕਿ ਮੀਂਹ ਪਊਗਾ, ਵਾਣ ਭਰ ਜਾਣਾ, ਕਿਸਾਨ ਨੇ ਅਗਲੇ ਦਿਨ ਹਲੇ ਜੋ ਲੈਣੇ ਆ। ਹੁਣ ਉਹਨਾਂ ਨੂੰ ਵਿਹਲੇ ਸੀ, ਮਿਹਨਤ ਕਰਨੀ ਪੈਣੀ ਹੈ, ਉਹ ਉਹਨਾਂ ਵਾਸਤੇ ਦੁੱਖ ਦੀ ਗੱਲ ਹੈ। ਹੁਣ ਇਹ ਐਗਜ਼ਾਮਪਲ ਹੈ, ਇਹਨੂੰ ਸਿਰਫ ਐਗਜ਼ਾਮਪਲ ਸਮਝਣਾ ਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਗਾਈ ਪੁੱਤਾਂ ਨਿਰਧਨ ਆ। ਜਿਹੜਾ ਬੰਦਾ ਨਿਰਧਨ ਹੈ, ਬਹੁਤੇ ਕੋਲ ਪਦਾਰਥ ਨਹੀਂ, ਤੇ ਉਹਦੇ ਵਾਸਤੇ ਵੀ ਵਿਚਾਰੇ ਵਾਸਤੇ, ਕਿਉਂਕਿ ਜਿੰਨਾ ਕੁ ਕਰਦਾ ਆ। ਪੰਥੀ, ਜਿਹੜਾ ਰਸਤੇ 'ਤੇ ਤੁਰਨ ਵਾਲਾ ਬੰਦਾ ਹੈ, ਪਾਂਦੀ ਹੈ, ਮੀਂਹ ਪੈਣ ਲੱਗ ਗਿਆ, ਉਹਨੂੰ ਰੋਕਣਾ ਪੈਣਾ ਆ, ਉਹ ਮੰਜ਼ਿਲ 'ਤੇ ਨਹੀਂ ਪਹੁੰਚ ਸਕਣਾ। ਚਾਕਰ ਹੋਏ, ਜਿਹੜਾ
ਕਿਸੇ ਦੇ ਘਰ ਮਜ਼ਦੂਰੀ ਕਰਨ ਵਾਲਾ, ਦਿਹਾੜੀ ਕਰਨ ਵਾਲਾ, ਜਿਹਨੇ ਦਿਹਾੜੀ ਕਰਕੇ ਖਾਣਾ ਆ, ਉਹਦੇ ਵਾਸਤੇ ਮੁਸ਼ਕਲ ਹੁੰਦੀ ਹੈ। ਸੋ ਇਹ ਇੱਕ ਐਗਜ਼ਾਮਪਲ ਵੀ ਜੇ ਵੱਸਦਾ ਆ ਤੇ ਕਿਸੇ ਨੂੰ ਖੁਸ਼ੀ ਹੁੰਦੀ ਹੈ ਤੇ ਕਿਸੇ ਨੂੰ ਗਮੀ ਹੁੰਦੀ ਹੈ। ਇਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਜਦੋਂ ਕਿਹਾ ਜਾਂਦਾ ਤੇ ਕਈਆਂ ਨੂੰ ਚੰਗਾ ਲੱਗਦਾ ਆ ਤੇ ਕਈ ਇਹਦੇ ਤੋਂ ਪਰੇਸ਼ਾਨ ਹੁੰਦੇ ਆ, ਕਈ ਬੰਦੇ ਇਹਦੇ ਤੋਂ ਤਲਖੀ ਵਿੱਚ ਆਉਂਦੇ ਆ, ਕਈ ਬੰਦੇ ਇਰੀਟੇਟ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਦੋਂ ਕੋਈ ਨਾਂ ਲੈਂਦਾ। ਤੇ ਕੋਈ ਗੱਲ ਨਹੀਂ ਭਾਈ, ਤੁਹਾਡੀ ਇਰੀਟੇਸ਼ਨ ਦਾ ਹੁਣ ਅਸੀਂ ਕੀ ਕਰੀਏ, ਅਸੀਂ ਥੋੜ੍ਹੀ ਬਾਣੀ ਦਾ ਨਾਂ ਲੈਣੋਂ ਛੱਡ ਦੇਣਾ ਆ। ਜਾਂ ਜਿਹੜੇ ਬੰਦੇ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲੇ ਹੋਰ ਵੀ ਬਹੁਤ ਕੁਝ ਲਿਆ ਕੇ ਅਸੀਂ ਰੱਖਣਾ, ਉਹਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਗੱਲ ਨਹੀਂ ਆਉਂਦੀ। ਸੋ ਸਾਂਝ ਗੁਰਬਾਣੀ ਦੇ ਇਸ ਪ੍ਰੋਗਰਾਮ ਵਿੱਚ ਸਾਡਾ ਯਤਨ ਇਹੀ ਰਹਿੰਦਾ ਵੀ ਆਪਾਂ ਬਾਣੀ ਦੀ ਗੱਲ ਕਰੀਏ, ਸ਼ਬਦਾਂ ਦੀ ਗੱਲ ਕਰੀਏ। ਇਸ ਪਾਵਨ ਪੌੜੀ ਦਾ ਪਾਠ ਜਿਹੜੇ ਸਰੋਤੇ ਆਪ ਤੁਸੀਂ ਕਰਨਾ ਚਾਹੁੰਦੇ ਹੋ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਲ੍ਹਾਰ ਰਾਗ ਨੂੰ ਖੋਲ੍ਹਿਓ। 779 ਨੰਬਰ ਅੰਕ ਮਲ੍ਹਾਰ ਕੀ ਵਾਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਵਾਰ ਹੈ। ਇਸ ਕਰਕੇ ਪੌੜੀ ਵੀ ਗੁਰੂ ਨਾਨਕ ਸਾਹਿਬ ਜੀ ਦੀ ਹੈ ਤੇ ਸ਼ਲੋਕਾਂ ਨਾਲ ਮਹਲਾ ਪਹਿਲਾ ਲਿਖਿਆ ਹੋਇਆ ਇਹ ਸ਼ਲੋਕ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਹਨ। ਸੋ ਆਓ ਯਤਨ ਕਰੀਏ, ਆਪ ਬਾਣੀ ਪੜ੍ਹਿਆ ਕਰੀਏ, ਆਪ ਬਾਣੀ ਸਮਝਿਆ ਕਰੀਏ, ਆਪਣੇ ਘਰਾਂ ਵਿੱਚ ਸਹਿਜ ਪਾਠ ਰੱਖਣ ਦਾ ਯਤਨ ਕਰੋ, ਪੋਥੀਆਂ ਲੈ ਕੇ ਆਓ। ਇੰਨਾ ਕੁਝ ਇਹਨੇ ਸੋਹਣੇ ਸੋਹਣੇ ਘਰ ਬਣਾਇਆ, ਥੋੜ੍ਹਾ ਜਿਹਾ ਥਾਂ ਬਾਣੀ ਨੂੰ ਦੇ ਦਿਓ, ਆਪਣੇ ਘਰ ਪੋਥੀ ਰੱਖੋ, ਛੱਡ ਦਿਓ ਸਾਰਾ ਕੁਝ, ਕਿਸੇ ਦੀ ਨਾ ਸੁਣੋ, ਸਿਰਫ ਗੁਰੂ ਦੀ ਸੁਣੋ, ਸਿਰਫ ਬਾਣੀ ਦੀ ਸੁਣੋ। ਇੱਕ ਵਾਰ ਸਹਿਜ ਪਾਠ ਆਪ ਕਰਕੇ ਵੇਖੋ। ਮੇਰੇ ਨੌਜਵਾਨ ਵੀਰੋ, ਮੇਰੀਆਂ ਭੈਣਾਂ, ਮੇਰੇ ਬੱਚੇ, ਆਪ ਇੱਕ ਵਾਰ ਬਾਣੀ ਪੜ੍ਹ ਕੇ ਵੇਖੋ, ਫਿਰ ਡਿਸੀਜਨ ਮੇਕਰ ਬਣਿਓ, ਫਿਰ ਫੈਸਲਾ ਕਰਿਓ ਠੀਕ ਕੀ ਹੈ ਤੇ ਗਲਤ ਕੀ ਹੈ। ਇੱਦਾਂ ਇੱਕ ਦੂਜੇ ਦੇ ਮਗਰ ਲੱਗ ਕੇ ਗਲਤ ਤੇ ਠੀਕ ਦੇ ਫੈਸਲੇ ਨਾ ਕਰੋ, ਨਹੀਂ ਤੇ ਜਿੰਦਾਬਾਦ ਮੁਰਦਾਬਾਦ ਦੇ ਨਾਅਰੇ ਸਾਡੇ 'ਚ ਲੱਗਦੇ ਹੀ ਰਹਿਣਗੇ। ਆਓ ਪੰਜਾਬ ਦੇ ਅਸਲੀ ਵਾਰਸ ਬਣ ਕੇ ਗੁਰੂ ਨਾਨਕ ਦੇ ਖਜ਼ਾਨੇ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਖੋਲ੍ਹ ਕੇ ਵੇਖੀਏ, ਇਹਦੇ ਨਾਲ ਅਮੀਰ ਬਣੀਏ ਔਰ ਇਸ ਅਮੀਰੀ ਵਿੱਚੋਂ ਇਸ ਪੰਜਾਬ ਨੂੰ ਉਹ ਪੰਜਾਬ ਬਣਾਈਏ ਜਿਸ ਪੰਜਾਬ ਦੇ ਵਿੱਚ ਹਰੀ ਸਿੰਘ ਨਲੂਏ ਨੇ ਇਹ ਸਲਾਹ ਦਿੱਤੀ ਸੀ ਵੀ ਖੜਕ ਸਿੰਘ ਦੀ ਚੋਣ ਕਰਨ ਲੱਗਿਆ ਜਿਹੜਾ ਪੈਰਾਮੀਟਰ ਹੈ, ਜਿਹੜਾ ਮਾਪਦੰਡ ਹੈ, ਉਹ ਗੁਰੂ ਨਾਨਕ ਸਾਹਿਬ ਜੀ ਵਾਲਾ ਵਰਤਣਾ ਚਾਹੀਦਾ ਆ। ਗੋਰਿਆਂ ਨੇ ਐਂ ਕਿਹਾ, ਹਰੀ ਸਿੰਘ ਨਲੂਏ ਨੇ, ਗੋਰਿਆਂ ਨੇ ਪਤਾ ਨਹੀਂ ਬਾਣੀ ਪੜ੍ਹੀ ਜਾਂ ਨਹੀਂ ਪੜ੍ਹੀ, ਪਰ ਮਾਪਦੰਡ ਗੁਰੂ ਨਾਨਕ ਸਾਹਿਬ ਜੀ ਵਾਲਾ ਵਰਤਿਆ, ਤਾਂ ਕਰਕੇ ਪੂਰੀ ਦੁਨੀਆ ਤੇ ਅੱਜ ਰਾਜ ਕਰਨ ਦੀਆਂ ਗੱਲਾਂ ਕਰਦੇ ਨੇ। ਤੁਸੀਂ ਪੈਰਾਮੀਟਰ ਜਿਹੜਾ ਇੱਥੋਂ ਵਾਲਾ ਵਰਤਣਾ ਚਾਹੁੰਦੇ ਹੋ ਵੀ ਅੱਜ ਪਿਓ, ਫਿਰ ਕੱਲ ਪੁੱਤ, ਫਿਰ ਪੋਤਰਾ, ਫਿਰ ਪ੍ਰਪੋਤਰਾ, ਇੱਦਾਂ ਇਹ ਗੱਲ ਠੀਕ ਨਹੀਂ ਹੋਣੀ। ਹਰੀ ਸਿੰਘ ਨਲੂਏ ਦੀ ਇਸ ਸੁਹਿਰਦ ਸਲਾਹ ਨੂੰ ਇਸ ਕਰਕੇ ਨਹੀਂ ਮੰਨਿਆ ਗਿਆ ਕਿਉਂਕਿ ਉੱਥੇ ਧਿਆਨ ਸਿੰਘ ਡੋਗਰੇ ਹੋਣੀ ਬੈਠੇ ਸੀ, ਉੱਥੇ ਗੁਲਾਬ ਸਿੰਘ ਤੇਜਾ ਸਿੰਘ ਹੋਣੀ ਬੈਠੇ ਸੀ। ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਕੰਨ ਵਿੱਚ ਗੱਲ ਕਹੀ। ਇਸ ਗੱਲ ਨੂੰ ਇਹਦੇ ਕਹਿਣ ਦਾ ਮਤਲਬ ਇਹ ਹੈ ਵੀ ਇਹ ਆਪ ਰਾਜਗਦੀ ਦਾ ਤਿਲਕ ਲੈਣਾ ਚਾਹੁੰਦਾ ਆ, ਆਪ ਬਾਦਸ਼ਾਹ ਬਣਨਾ ਚਾਹੁੰਦਾ। ਹਰੀ ਸਿੰਘ ਨਲੂਏ ਨੇ ਕਿਹਾ ਜੇ ਮੈਂ ਬਾਦਸ਼ਾਹ ਬਣਨਾ ਹੋਇਆ ਨਾ ਤੇ ਮੈਂ ਬਣ ਜਾਣਾ, ਪਰ ਮੈਂ ਬਾਦਸ਼ਾਹ ਬਣਨ ਲਈ ਨਹੀਂ, ਮੈਂ ਗੁਰੂ ਨਾਨਕ ਦਾ ਸੇਵਕ ਬਣਨ ਲਈ ਇਸ ਫੀਲਡ ਵਿੱਚ ਆਇਆ। ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਤਾਂ ਸਿਰਫ ਗੁਰੂ ਨਾਨਕ ਦਾ ਚਾਕਰ ਬਣ ਕੇ ਰਹਿਣਾ ਚਾਹੁੰਦਾ। ਪਰ ਗੱਲ ਇੱਥੇ ਹੈ, ਸਲਾਹਾਂ ਡੋਗਰੇ ਬਣ ਕੇ ਦਿਓਗੇ ਲੋਕ ਮੰਨਣਗੇ, ਤੁਸੀਂ ਹਰੀ ਸਿੰਘ ਨਲੂਆ ਬਣ ਕੇ ਕਿਸੇ ਨੂੰ ਸਲਾਹ ਦਿਓਗੇ ਤੇ ਅਗਲੇ ਧੱਕੇ ਮਾਰਨਗੇ ਤੁਹਾਨੂੰ। ਡੋਗਰੇ ਬਣ ਕੇ ਕਹੋ ਯਸ ਯਸ, ਹਾਂਜੀ ਹਾਂਜੀ, ਕਮਾਲ ਹੋ ਗਈ, ਕਮਾਲ ਹੋ ਗਈ, ਤੇ ਫਿਰ ਕਹਿਣਗੇ ਬਹੁਤ ਵਧੀਆ। ਤੇ ਜੇ ਤੁਸੀਂ ਕਹੋ ਵੀ ਆਪਾਂ ਐ ਨਹੀਂ ਐ ਕਰ ਲਈਏ, ਫਿਰ ਕਹਿਣਗੇ ਘਰ ਨੂੰ ਚੱਲ ਆਪਣੇ, ਤੂੰ ਹੁੰਨਾ ਕੌਣ ਹੈ ਸਾਨੂੰ ਸਲਾਹ ਦੇਣ ਵਾਲਾ। ਤਾਂ ਭਲਾ ਹੋਵੇ ਬਾਬੇ ਨਾਨਕ ਦਾ, ਜਿਨ੍ਹਾਂ ਨੇ ਬਾਬਾ ਕਬੀਰ ਜੀ ਵਰਗਿਆਂ ਦੀ ਸਲਾਹ ਮੰਨ ਕੇ ਉਹਨਾਂ ਨੂੰ ਵੀ ਨਾਲ ਬਿਠਾ ਲਿਆ। ਜੇ ਅੱਜ ਵਰਗੇ ਕਿਤੇ ਇਹ ਹੁੰਦੇ ਨਾ ਫੁਕਰੇ ਪੰਥੀ, ਇਹ ਮਹਿਕਮਾ ਹੁੰਦਾ ਕਿਤੇ, ਅੱਜ ਇਹਨਾਂ ਕਹਿਣਾ ਸੀ ਕਬੀਰ ਤੂੰ ਕਰੇਂਗਾ ਯਾਰ ਸਾਡੇ ਮੁਕਾਬਲੇ ਤੇ ਗੱਲ, ਚੱਲ ਕੰਮ ਕਰ ਜਾ ਕੇ, ਅਸੀਂ ਨਾਨਕ ਹੁੰਨੇ ਆ, ਤੂੰ ਕਬੀਰ ਹੈ। ਨਹੀਂ ਭਾਈ, ਇੱਦਾਂ ਨਹੀਂ, ਯਸ ਸਰ ਨਹੀਂ, ਇੱਥੇ ਤੱਕ ਕੀ ਕਿਉਂ ਕਿਵੇਂ ਤੇ ਗੱਲ ਸ਼ੁਰੂ ਹੁੰਦੀ ਹੈ। ਸੋ ਧੰਨਵਾਦ ਸਾਰਿਆਂ ਦਾ। ਆਓ ਰਲ ਮਿਲ ਕੇ ਬਾਣੀ ਨੂੰ ਸਮਝੀਏ। ਜਿਹੜੇ ਵੀ ਬੰਦੇ ਬਾਣੀ ਦੀ ਵਿਚਾਰਧਾਰਾ ਨੂੰ ਖਤਮ ਕਰਨਾ ਚਾਹੁੰਦੇ ਆ ਉਹ ਸਿੱਖੀ ਦੇ ਵੱਡੇ ਦੁਸ਼ਮਣ ਨੇ, ਉਹਨਾਂ ਤੋਂ ਬਚਣ ਦੀ ਲੋੜ ਆ, ਸੁਚੇਤ ਹੋਣ ਦੀ ਲੋੜ ਆ। ਹੰਬਲਾ ਮਾਰੀਏ ਰਲ ਕੇ, ਨਾ ਅਸੀਂ ਰਹਿਣ ਦਿੱਤੇ ਬ੍ਰਾਹਮਣ ਇਜ਼ਮ ਦੇ ਪ੍ਰਭਾਵ ਸਿੱਖੀ ਤੇ, ਨਾ ਰਹਿਣ ਦੇਣੇ ਅਸੀਂ ਆਰੀਅਨਾਂ ਦੇ, ਨਾ ਅਸੀਂ ਰਹਿਣ ਦੇਣੇ ਵਿਵੇਕਨੰਦੀਆਂ ਦੇ। ਗੁਰੂ ਮਿਹਰ ਕਰੇਗਾ, ਨਿਆਰਾ ਖਾਲਸਾ ਨਿਆਰੀ ਵਿਚਾਰਧਾਰਾ ਲੈ ਕੇ ਹਮੇਸ਼ਾ ਜਗਤ ਦੇ ਸਾਹਮਣੇ ਆਏਗਾ। ਸੋ ਇਸ ਕਾਫਲੇ ਨੂੰ ਵੱਡਾ ਕਰਨ ਦੀ ਲੋੜ ਹੈ। ਆਪ ਸੁਣਿਆ ਕਰੋ, ਸਾਂਝਾ ਕਰ ਦਿਆ ਕਰੋ ਅੱਗੇ। ਅਕਾਲੀ ਟੀਵੀ
ਆਪ ਸਾਰਿਆਂ ਦਾ ਸਾਂਝਾ ਪਲੇਟਫਾਰਮ ਹੈ। ਸ਼ੇਅਰ ਤੇ ਲਾਈਕ ਇਹਨੂੰ ਕਰੋ ਤਾਂ ਕਿ ਆਪਾਂ ਬਾਣੀ ਦੀ ਗੱਲ ਸਹੀ ਅਰਥਾਂ ਵਿੱਚ ਕਰ ਸਕੀਏ। ਹਮੇਸ਼ਾ ਤੁਹਾਡੇ ਸੁਝਾਅ ਦਾ ਸਾਨੂੰ ਇੰਤਜ਼ਾਰ, ਕੋਈ ਵੀ ਸੁਝਾਅ ਦੇ ਸਕਦਾ ਹੈ। ਮੈਂ ਹਮੇਸ਼ਾ ਕਹਿੰਦਾ ਕੋਈ ਵੀ ਸੁਝਾਅ ਦੇਗਾ ਉਹਨੂੰ ਇਹ ਨਹੀਂ ਵੇਖਿਆ ਜਾਏਗਾ ਤੂੰ ਕਿਹੜੀ ਧਿਰ ਦਾ ਬੰਦਾ ਆ। ਸੁਝਾਅ ਸੁਹਿਰਦ ਹੋਣੇ ਚਾਹੀਦੇ ਆ, ਬਕਾਇਦਾ ਉਹਦਾ ਨਾਮ ਲੈ ਕੇ ਉਹਦਾ ਸੁਝਾਅ ਕੋਟ ਕੀਤਾ ਜਾਊਗਾ, ਉਹਨੂੰ ਉਸ ਰੂਪ ਵਿੱਚ ਵਿਚਾਰਿਆ ਜਾਏਗਾ। ਸਭਨਾਂ ਦਾ ਧੰਨਵਾਦ। ਭੁੱਲ ਚੁੱਕ ਲਿਖੇ ਮਾਂ ਪਿਆਰ ਨਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।